ਸਤਿ ਸ਼੍ਰੀ ਅਕਾਲ ਦਰਸ਼ਕੋ। ਚੈਨਲ ਕਿਸ਼ ਕਹੀਏ ਨੂੰ ਦੇਖਣ ਵਾਲੇ तमाम ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਅੱਜ ਆਪਾਂ ਕੁਝ ਕੁ ਨੁਕਤੇ ਲੈ ਕੇ ਆਪ ਜੀ ਦੇ ਰੂਬਰੂ ਹੋਏ ਆ, ਜਿਹੜੇ ਕਰੰਟ ਮਸਲੇ ਚੱਲਦੇ ਨੇ ਕਿਸਾਨੀ ਦੇ ਨਾਲ। ਤੇ ਉਹਨਾਂ ਦੇ ਵਿੱਚੋਂ ਕੱਲ੍ਹ ਜਿਹੜੇ ਤਾਜ਼ਾ ਜਿਹੜੀ ਸਾਡੀ ਪੰਜਾਬ ਗਵਰਨਮੈਂਟ ਨੇ ਜਿਹੜੇ 3 ਬਿੱਲ ਜਿਹੜੇ ਲੈ ਕੇ ਆਉਂਦੇ ਨੇ ਵਿਧਾਨ ਸਭਾ 'ਚ, ਉਹਦੇ ਬਾਰੇ ਆਪਾਂ ਜਾਣਕਾਰੀ ਲਵਾਂਗੇ ਡਾਕਟਰ ਸਵਰਨਜੀਤ ਕੌਰ ਗਰੇਵਾਲ ਜੀ ਤੋਂ। ਉਹ ਆਪਾਂ ਨੂੰ ਤਫਸੀਲ 'ਚ ਦੱਸਣਗੇ ਉਹ ਬਿੱਲ ਹੈ ਕੀ ਨੇ ਤੇ ਉਹ ਕਿਸਾਨੀ ਦੇ ਹੱਕ ਵਿੱਚ ਕਿੰਨੇ ਕੁ ਨੇ, ਜਾਂ ਉਹਨਾਂ ਦਾ ਕਿੰਨਾ ਕੁ ਫਾਇਦਾ ਕਿਸਾਨਾਂ ਨੂੰ ਹੋ ਸਕਦਾ ਜਾਂ ਨਹੀਂ ਹੋ ਸਕਦਾ। ਤੇ ਆਪਾਂ ਇਹਨਾਂ ਤੋਂ ਜਾਣਕਾਰੀ ਲੈਣੇ। ਡਾਕਟਰ ਸਾਹਿਬ, ਜਿਹੜੇ ਲੰਮੇ ਸਮੇਂ ਤੋਂ ਸੰਘਰਸ਼ ਚੱਲ ਰਹੇ ਨੇ ਕਿਸਾਨੀ ਸੰਘਰਸ਼, ਤੇ ਅਲਟੀਮੇਟਲੀ ਕੱਲ੍ਹ ਜਿਹੜਾ ਇਹਨਾਂ ਨੇ ਸੈਸ਼ਨ ਬੁਲਾਇਆ ਹੈਗਾ ਸਾਡੀ ਪੰਜਾਬ ਗਵਰਨਮੈਂਟ ਨੇ, ਉਹਦੇ ਵਿੱਚ ਜਿਹੜੇ ਤਿੰਨ ਮੇਰੇ ਖਿਆਲ ਜਿਹੜੇ ਉਹ ਮਤੇ ਪਾਸ ਕੀਤੇ ਗਏ ਨੇ, ਉਹ ਕਿਹੜੇ ਨੇ ਤੇ ਕਿੰਨੇ ਕੁ ਕਿਸਾਨਾਂ ਦੇ ਹੱਕ 'ਚ ਨੇ, ਉਹ ਥੋੜ੍ਹਾ ਜਿਹਾ ਉਹਦੇ 'ਤੇ ਪ੍ਰਕਾਸ਼ ਪਾਓ। ਹਾਂ ਪਰਮਵੀਰ, ਜਿਹੜਾ ਪਹਿਲਾ ਕਾਨੂੰਨ ਸੈਂਟਰ ਨੇ ਪਾਸ ਕੀਤਾ ਸੀ ਉਹਦਾ ਨਾਮ ਸੀ ਖੇਤੀ ਉਪਜ ਵਪਾਰ ਤੇ ਵਣਜ ਪ੍ਰੋਤਸਾਹਨ ਤੇ ਸਹਾਇਕ ਕਾਨੂੰਨ 2020। ਤੇ ਦੂਸਰਾ ਹੈਗਾ ਕੀਮਤ ਗਰੰਟੀ ਤੇ ਖੇਤੀ ਸੇਵਾਵਾਂ ਬਾਰੇ ਕਿਸਾਨੀ ਠੇਕਾ ਸ਼ਕਤੀਕਰਨ ਤੇ ਸੁਰੱਖਿਆ ਕਾਨੂੰਨ 2020। ਤੇ ਤੀਸਰਾ ਜ਼ਰੂਰੀ ਵਸਤਾਂ ਕਾਨੂੰਨ 2020। ਇਹ ਤਿੰਨੋਂ ਕਾਨੂੰਨ ਜਿਹੜੇ ਕੇਂਦਰ ਵੱਲੋਂ ਪਾਸ ਕੀਤੇ ਗਏ ਸੀ, ਇਹਨਾਂ ਦੇ ਵਿਰੁੱਧ ਕੱਲ ਪੰਜਾਬ ਵਿਧਾਨ ਸਭਾ ਦੇ ਵਿੱਚ ਇਹਨਾਂ ਦੇ ਪੈਰਲਲੀ 3 ਕਾਨੂੰਨ ਪਾਸ ਕੀਤੇ ਗਏ ਨੇ। ਉਹਦੇ ਵਿੱਚ ਉਹਨਾਂ ਨੇ ਨਾਮ ਇਹੀ ਰੱਖੇ ਨੇ, ਪਰ ਉਹਨਾਂ ਨੂੰ ਸੋਧ ਬਿੱਲ ਦੇ ਨਾਮ ਹੇਠ ਇਹਨਾਂ ਨੇ ਪਾਸ ਕੀਤਾ ਹੈਗਾ। ਤਾਂ ਇਹਦੇ ਵਿੱਚ ਉਹਨਾਂ ਨੇ ਥੋੜੀ ਸੋਧ ਇਹ ਕੀਤੀ ਹੈ ਕਿ ਜਿਹੜੀ ਇੱਕ ਤਾਂ ਅਸੈਂਸ਼ੀਅਲ ਕਮੋਡਿਟੀਜ਼ ਸੀਗੀਆਂ, ਜ਼ਰੂਰੀ ਵਸਤਾਂ ਸੀਗੀਆਂ, ਉਹਦੇ ਭੰਡਾਰਨ ਦੀ ਜਿਹੜੀ ਗੱਲ ਕੀਤੀ ਸੀ ਕਿ ਜ਼ਖੀਰਾਬਾਜ਼ੀ ਨੂੰ ਉਹਨਾਂ ਨੇ ਪ੍ਰੋਤਸਾਹਨ ਕੀਤਾ ਸੀ। ਲੇਕਿਨ ਪੰਜਾਬ ਵਿਧਾਨ ਸਭਾ ਦੇ ਵਿੱਚ ਇਹ ਬਿੱਲ ਪਾਸ ਹੋਇਆ ਕਿ ਜ਼ਰੂਰੀ ਵਸਤਾਂ ਦੀ ਜਿਹੜੀ ਭੰਡਾਰਨ ਸਮਰੱਥਾ ਉੱਤੇ ਰੋਕ ਲਾਈ ਜਾ ਸਕਦੀ। ਉਹਨਾਂ ਨੂੰ ਕਿਹਾ ਜਾ ਸਕਦਾ ਕਿ ਤੁਸੀਂ ਇੰਨੀ ਕੁਆਂਟੀਟੀ ਤੋਂ ਵੱਧ ਤੁਸੀਂ ਨਹੀਂ ਭੰਡਾਰ ਕਰ ਸਕਦੇ। ਤੇ ਅਗਲੀ ਗੱਲ ਜਿਹੜੀ ਉਹਨਾਂ ਨੇ ਕੀਤੀ ਆ ਉਹ ਇਹ ਕੀਤੀ ਆ ਕਿ ਜਿਹੜੀ MSP ਹੈ, ਮਿਨੀਮਮ ਸਪੋਰਟ ਪ੍ਰਾਈਸ, ਉਹ ਜ਼ਰੂਰ ਲਾਗੂ ਰਹੇਗੀ। ਤੇ ਜਿਹੜੀ ਇਹਨਾਂ ਨੇ ਕਣਕ ਤੇ ਝੋਨੇ ਨੂੰ ਖਰੀਦਦਾਰੀ ਜਿਹੜੀ ਸਰਕਾਰੀ ਖਰੀਦ ਆ ਉਹ ਜ਼ਰੂਰ ਕਰਾਰ ਕਰ ਦਿੱਤਾ ਹੈਗਾ ਕਿ ਸਰਕਾਰ ਖਰੀਦ ਕਰੇਗੀ। ਤਾਂ ਉਹਦੇ ਵਿੱਚ ਉਹ ਕਹਿੰਦੇ ਕਿ ਜੇ ਬਾਹਰਲਾ ਕੋਈ ਬੰਦਾ ਆਵੇ, ਪ੍ਰਾਈਵੇਟ ਏਜੰਸੀ ਕੋਈ ਆਵੇ, ਤਾਂ ਉਹਦੇ ਤੇ ਪਹਿਲਾਂ ਸੈਂਟਰ ਨੇ ਰੋਕ ਨਹੀਂ ਸੀ ਕੋਈ ਲਾਈ ਕਿ ਉਹ ਜਿੰਨੇ ਮਰਜ਼ੀ ਤੇ ਮੁੱਲ ਤੇ ਖਰੀਦ ਸਕਦਾ। ਲੇਕਿਨ ਇਹਨਾਂ ਨੇ ਕਹਿ ਦਿੱਤਾ ਕਿ ਜੇ MSP ਤੋਂ ਘੱਟ ਤੇ ਕੋਈ ਖਰੀਦੇਗਾ ਤਾਂ ਉਹਨੂੰ 3 ਸਾਲ ਦੀ ਸਜ਼ਾ ਦਿੱਤੀ ਜਾ ਸਕਦੀ ਹੈ। ਤਾਂ ਇਸ ਤਰ੍ਹਾਂ ਜਿਹੜੀਆਂ ਚੀਜ਼ਾਂ ਹੈਗੀਆਂ ਨੇ, ਉਹ ਭਾਵੇਂ ਇਹਦੇ ਵਿੱਚ ਕਾਫੀ ਕਮੀਆਂ ਅਜੇ ਮਹਿਸੂਸ ਹੁੰਦੀਆਂ ਨੇ, ਕਿਉਂਕਿ MSP ਕਣਕ ਤੇ ਝੋਨੇ ਨੂੰ ਮੁੱਖ ਰੱਖ ਕੇ ਦੱਸੀ ਗਈ ਹੈ। ਬਾਕੀ ਸਾਡੇ ਕੋਲ 23 ਚੀਜ਼ਾਂ ਹੈਗੀਆਂ ਨੇ, ਫਸਲਾਂ ਹੈਗੀਆਂ ਨੇ ਜਿਨ੍ਹਾਂ ਤੇ MSP ਪਹਿਲਾਂ ਲਾਗੂ ਕੀਤੀ ਗਈ ਸੀ। ਲੇਕਿਨ ਮੇਰੇ ਜਾਚੇ ਸਾਰੀ ਦੀ ਸਾਰੀ ਜਿੰਨੀ ਫਸਲ, ਜਿੰਨੀ ਵੀ ਕਿਸਮ ਦੀ ਫਸਲ ਕਿਸਾਨ ਉਗਾਉਂਦੇ ਆ, ਉਹਨਾਂ ਸਾਰਿਆਂ ਤੇ MSP ਦਾ ਹੋਣਾ ਜ਼ਰੂਰੀ ਹੈ। ਤੇ ਬਿਲਕੁਲ ਜੀ, ਜੇ ਆਪਾਂ ਦੇਖ ਲਈਏ ਡਾਕਟਰ ਸਾਹਿਬ, ਜਿਹੜਾ ਬਠਿੰਡਾ ਬੈਲਟ ਹੈਗਾ, ਮਾਲਵਾ ਬੈਲਟ, ਇਹਦੇ ਵਿੱਚ ਜ਼ਿਆਦਾਤਰ ਕਪਾਹ ਨਰਮਾ ਹੁੰਦਾ। ਤੇ ਫਿਰ ਉਹ ਪਿਛਲੇ ਆਪਾਂ ਵੀ ਸਾਲਾਂ ਦੇ ਵਿੱਚ ਦੇਖਿਆ ਕਿ ਜਦੋਂ ਕਪਾਹ ਨਰਮਾ ਜਿਹੜਾ ਉਹਨਾਂ ਨੇ ਲੋਕਾਂ ਨੇ ਬਠਿੰਡਾ, ਖਾਸ ਕਰ ਬਠਿੰਡਾ ਏਰੀਆ ਦੀ ਮੈਂ ਗੱਲ ਕਰਾਂ ਤਾਂ ਹਨਾ, ਉਹਨਾਂ ਨੇ ਹਾਂਜੀ ਬਹੁਤ ਵੱਡੇ ਪੱਧਰ ਤੇ ਬੀਜੇ। ਖਾਸ ਕਰ ਬਠਿੰਡਾ ਤਾਂ ਬਹੁਤ ਹੀ ਜ਼ਿਆਦਾ ਇਸ ਦੇ ਵਿੱਚ ਫਾਜ਼ਿਲਕਾ ਇਧਰ ਬੋਰ ਵੱਲ ਚਲੇ ਜਾਓ, ਇਹਨਾਂ ਲੋਕਾਂ ਨੇ ਨਰਮਾ ਕਪਾਹ ਕਾਫੀ ਵੱਡੀ ਮਾਤਰਾ ਦੇ ਵਿੱਚ ਬੀਜਿਆ ਸੀਗਾ। ਲੇਕਿਨ ਉਹ ਜਿਹੜੀ ਕਪਾਹ ਰੁਲਦੀ ਦੇਖੀ ਹੈ, ਨਰਮਾ ਰੁਲਦਾ ਦੇਖਿਆ। ਤੇ ਇੱਕ ਡਾਕਟਰ ਸਾਹਿਬ, ਜਿਹੜਾ ਤੁਸੀਂ ਕਿਹਾ ਕਿ MSP ਦੀ ਗੱਲ ਜਿਹੜੀ ਹੋਈ ਹੈ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ 3 ਸਾਲ ਦੀ ਸਜ਼ਾ ਦਾ ਤਾਂ ਉਹਨਾਂ ਨੇ ਜਿਹੜਾ ਹੈਗਾ ਪ੍ਰਾਵਧਾਨ ਕਰ ਦਿੱਤਾ। ਪਰ ਕਿਤੇ ਨਾ ਕਿਤੇ ਜਿਹੜਾ ਮੈਂ ਸਟੱਡੀ ਕੀਤਾ ਉਹਦੇ ਵਿੱਚ ਤਾਂ ਮੈਨੂੰ ਇਹ ਲੱਗਿਆ ਕਿ ਕਿਤੇ ਨਾ ਕਿਤੇ ਲੁਕਵੇਂ ਢੰਗ ਦੇ ਵਿੱਚ ਕੈਪਟਨ ਸਾਹਿਬ, ਸ਼ਾਇਦ ਮੈਨੂੰ ਲੱਗਿਆ ਹੋਵੇ ਕਿ ਲੁਕਵੇਂ ਢੰਗ ਦੇ ਵਿੱਚ ਕਾਰਪੋਰੇਟ ਘਰਾਣਿਆਂ ਦੇ ਪੱਖ ਦੇ ਵਿੱਚ ਥੋੜਾ ਬਹੁਤਾ ਕਿਤੇ ਭੁਗਤ ਗਏ। ਦੇਖੋ ਨਾ ਪਰਮਵੀਰ, ਗੱਲ ਇਹ ਹੈ ਕਿ ਇਹ ਬੰਦਾ ਜਿਹੜਾ ਹੈ ਇਹ ਰਾਜਾ ਖੁਦ ਹੈ ਨਾ, ਤੇ ਰਾਜਾ ਹੋਣ ਦੇ ਨਾਤੇ ਮੈਨੂੰ ਲੱਗਦਾ ਕਿ ਇਹਦੀ ਜਿਹੜੀ ਅੰਦਰੂਨੀ ਹਮਦਰਦੀ ਹੈ ਉਹ ਕਾਰਪੋਰੇਟ ਘਰਾਣਿਆਂ ਨਾਲ ਹੀ ਹੋ ਸਕਦੀ ਹੈ। ਬਾਕੀ ਕੁਝ ਖਬਰਾਂ ਮੈਂ ਵੀ ਪੜ੍ਹੀਆਂ ਨੇ, ਸੁਣੀਆਂ ਨੇ, ਉਹ ਕਹਿੰਦੇ ਨੇ ਕਿ ਜਿਹੜੀ ਇਹ ਚੀਜ਼ ਕਰ ਰਹੇ ਨੇ 3 ਸਾਲ ਦੀ ਸਜ਼ਾ ਦਾ ਪ੍ਰਾਵਧਾਨ ਕਰ ਦਿੱਤਾ, ਪਰ ਉਹ ਕਹਿੰਦੇ ਕਿ 3 ਸਾਲ ਦੀ ਸਜ਼ਾ ਵਾਸਤੇ ਚਲੇ ਜਾਣਗੇ, ਹੈ ਨਾ। ਪਹਿਲੀ ਗੱਲ ਤਾਂ ਕਿਸਾਨ ਜਾਏਗਾ ਕਿਹੜਾ, ਬਿਲਕੁਲ ਉਹੀ ਮੈਂ ਗੱਲ ਕਰ ਰਹੀ ਸੀ, ਕਿਸਾਨ ਜਾਏਗਾ ਕਿਹੜਾ ਜਿਹੜਾ ਕੇਸ ਕਰੇਗਾ। ਦੂਜੀ ਗੱਲ,
ਉਹ ਕਾਰਪੋਰੇਟ ਘਰਾਣੇ ਹੋਣਗੇ। ਉਹਨਾਂ ਕੋਲੇ ਇੰਨਾ ਕੁ ਪੈਸਾ ਹੋਏਗਾ, ਉਹ ਵਕੀਲ ਵੀ ਖਰੀਦ ਸਕਦੇ ਆ, ਅਦਾਲਤ ਵੀ ਖਰੀਦ ਬਿਲਕੁਲ ਸਕਦੇ ਆ। ਬਿਲकुल ਆ ਸਾਡੇ ਸਾਹਮਣੇ ਦੇਖੋ ਨੇ। ਸਾਡੇ ਸਾਹਮਣੇ ਨੇ, ਕੇਂਦਰ ਨੇ ਜੋ ਕੁਝ ਕਰਵਾਇਆ, ਸਾਰੇ ਫੈਸਲੇ ਜਿਹੜੇ ਕੇਂਦਰ ਦੇ ਹੱਕ ਦੇ ਵਿੱਚ ਆਏ ਨੇ, ਉਸੇ ਤਰੀਕੇ ਨਾਲ ਕਾਰਪੋਰੇਟ ਘਰਾਣਿਆਂ ਦੇ ਹੱਕ ਦੇ ਵਿੱਚ ਸਾਰੇ ਫੈਸਲੇ ਆਉਣਗੇ। ਉਹ ਕਹਿੰਦੇ ਅਗਲੀ ਗੱਲ ਇੱਕ ਕਹਿੰਦੇ ਨਾ ਕਹਾਵਤ ਹੈ ਕਿ ਤਕੜੇ ਦਾ ਸੱਤੀ ਵੀ ਸੱਤੀ ਸੌ ਵੀ ਹੁੰਦਾ ਸੌ। ਹੈ ਤੇ ਤੇ ਅਗਲੀ ਗੱਲ ਇਹ ਹੈ ਕਿ ਜੇ ਉਹਨਾਂ ਨੂੰ ਮੰਨ ਲਓ ਕਿ ਹਾਈ ਕੋਰਟ ਜਾਂ ਨਿਚਲੀ ਅਦਾਲਤ ਜਿਹੜੀ ਸਜ਼ਾ ਦੇ ਵੀ ਦਿੰਦੀ ਹੈ, ਤਾਂ ਉਹਨਾਂ ਕੋਲ ਤਾਂ ਹਾਈ ਕੋਰਟ, ਸੁਪਰੀਮ ਕੋਰਟ ਵਰਗੇ ਫਿਰ ਖੁੱਲੇ ਨੇ ਵਿਧਾਨ, ਬਿਲਕੁਲ ਬਿਲਕੁਲ ਹੈ ਨਾ। ਉਹ ਕਿਤੇ ਵੀ ਜਾ ਕੇ ਤੇ ਆਪਣੇ ਵਾਸਤੇ ਉਹ ਖਰੀਦ ਕਰ ਸਕਦੇ ਆ ਨਿਆਂ ਦੀ, ਜੋ ਹਾਲਾਤ ਅੱਜ ਚੱਲ ਰਹੇ ਨੇ। ਤਾਂ ਇਸ ਹਿਸਾਬ ਨਾਲ ਕਿਤੇ ਵੀ ਇਹ ਜਿਹੜੀ ਚੀਜ਼ ਆ, ਸਾਨੂੰ ਖੁਸ਼ ਹੋਣ ਦੀ ਲੋੜ ਇਹਦੇ ਵਿੱਚ ਨਹੀਂ ਜਾਪਦੀ। ਤਾਂ ਮੈਂ ਕਿਸਾਨ ਜਥੇਬੰਦੀਆਂ ਨੂੰ ਇਹ ਵੀ ਕਹਿਣਾ ਚਾਹਾਂਗੀ ਕਿ ਜਿਵੇਂ ਲੁਕਵੇਂ ਢੰਗ ਨਾਲ ਕੈਪਟਨ ਸਾਹਿਬ ਕਹਿ ਰਹੇ ਕਿ ਹੁਣ ਧਰਨੇ ਚੁੱਕ ਦਿਓ, ਇਹ ਕਰ ਦਿਓ, ਜਥੇਬੰਦੀਆਂ ਨੂੰ ਸਮਝ ਕੇ ਚੱਲਣਾ ਹੋਏਗਾ ਕਿ ਅਜੇ ਧਰਨੇ ਵਗੈਰਾ ਚੱਕਣ ਦੀ ਜਾਂ ਮੋਰਚੇ ਵਗੈਰਾ ਚੁੱਕਣ ਦੀ ਲੋੜ ਨਹੀਂ ਹੈ, ਕਿਉਂਕਿ ਇਹਦੇ ਵਿੱਚ ਜਿਵੇਂ ਹੁਣ ਕਾਂਗਰਸੀਆਂ ਨੇ ਕੱਲ੍ਹ ਲੱਡੂ ਵੰਡੇ ਆ, ਇਹਦੇ ਵਿੱਚ ਲੱਡੂ ਵੰਡਣ ਵਾਲੀ ਵੀ ਕੋਈ ਗੱਲ ਨਹੀਂ, ਖੁਸ਼ ਹੋਣ ਵਾਲੀ ਵੀ ਕੋਈ ਗੱਲ ਨਹੀਂ। ਕਾਰਨ ਇਹ ਹੈ ਕਿ ਜਿਹੜੇ ਬਿੱਲ ਇਹਨਾਂ ਨੇ ਪਾਸ ਕੀਤੇ ਆ, ਉਹਦੇ ਵਿੱਚ ਪਹਿਲਾਂ ਤਾਂ ਗੱਲ ਇਹ ਹੈ ਕਿ ਜਿਹੜਾ ਗਵਰਨਰ ਤੱਕ ਇਹਨਾਂ ਨੇ ਪਹੁੰਚਾਉਣਾ ਹੈਗਾ, ਗਵਰਨਰ ਨੂੰ ਕਿਹਾ ਕਿ ਤੁਸੀਂ ਸਾਈਨ ਕਰੋ ਜੀ, ਸਾਰੇ ਭਾਵੇਂ ਵਿਧਾਇਕ ਗਏ ਨੇ ਉੱਥੇ, ਲੇਕਿਨ ਗਵਰਨਰ ਅਸੀਂ ਸਾਰੇ ਜਾਣਦੇ ਹਾਂ ਕਿ ਉਹ ਜਿਹੜੀ ਕੇਂਦਰ ਦੀ ਸ਼ਾਸਤ ਹੈਗੀ, ਸੱਤਾ ਹੈਗੀ, ਉਹਦੇ ਅਧੀਨ ਆ, ਉਸ ਪਾਰਟੀ ਦੇ ਅਧੀਨ। ਬਿਲਕੁਲ ਜੀ, ਜਿਹੜੇ ਦੇਖੋ ਗਵਰਨਰ ਹੁੰਦਾ ਤੇ ਹੈ, ਗਵਰਨਰ ਉਹ ਤਾਂ ਇੱਕ ਰਿਪਰੈਜ਼ੈਂਟੇਟਿਵ ਹੈ, ਠੀਕ ਹੈ, ਤਾਂ ਉਹਨੇ ਸਾਈਨ ਨਹੀਂ ਕਰਨੇ। ਜੇ ਉਹਨੇ ਸਾਈਨ ਨਹੀਂ ਕਰਨੇ ਤਾਂ ਇਹ ਕਹਿੰਦੇ ਕਿ ਅਸੀਂ ਰਾਸ਼ਟਰਪਤੀ ਕੋਲ ਜਾਣਾ, ਰਾਸ਼ਟਰਪਤੀ ਤੋਂ ਸਾਈਨ ਕਰਵਾਉਣਾ। ਰਾਸ਼ਟਰਪਤੀ ਵੀ ਤਾਂ ਉਹਨਾਂ ਦਾ ਹੀ ਹੈ। ਨਹੀਂ ਜੀ, ਪਹਿਲਾਂ ਇਹਨਾਂ ਨੇ ਮੌਕਾ ਰਾਸ਼ਟਰਪਤੀ ਦੇ ਕੋਲ ਜਾਣ ਦਾ ਪਹਿਲਾ ਮੌਕਾ ਜਿਹੜਾ ਸੀਗਾ ਉਹ ਪੰਜਾਬ 11 ਆਪਣੇ ਨਵੰਬਰ ਨਹੀਂ ਸਤੰਬਰ ਸੌਰੀ ਨਹੀਂ ਸਤੰਬਰ ਚ, ਕਿਉਂਕਿ ਹਾਂ ਇਹ ਜਿਹੜੇ ਜੂਨ ਤੋਂ ਸ਼ੁਰੂ ਹੋਇਆ ਸੀ, ਜੂਨ ਤੋਂ ਸ਼ੁਰੂ ਹੋਏ ਆ, ਤੇ ਜਦੋਂ ਰੌਲਾ ਜਦੋਂ ਪਿਆ ਆਰਡੀਨੈਂਸ ਸ਼ੁਰੂ ਹੋਏ ਆ ਉਦੋਂ ਤੋਂ ਹੀ ਇਹਨਾਂ ਨੂੰ ਜਾਣਾ ਚਾਹੀਦਾ ਸੀ। ਜਦੋਂ ਅਜੇ ਉਹਨਾਂ ਨੇ ਕਿਹਾ ਸੀ ਵੀ ਰਾਸ਼ਟਰਪਤੀ ਕੋਲੇ ਬਿੱਲ ਜਿਹੜੇ ਉਹ ਭੇਜ ਦਿੱਤੇ ਗਏ ਆ ਸਾਈਨ ਹੋਣ ਵਾਸਤੇ, ਉਸ ਤੋਂ ਵੀ ਪਹਿਲਾਂ ਆਰਡੀਨੈਂਸ ਤੋਂ ਬਾਅਦ ਜਦੋਂ ਬਿੱਲ ਬੜਾ ਟਾਈਮ ਸੀ ਜੀ ਇਹਨਾਂ ਕੋਲੇ, ਟਾਈਮ ਬਹੁਤ ਸੀ। ਜੇਕਰ ਇਹ ਸੁਹਿਰਦ ਹੁੰਦੇ ਕਿਸਾਨਾਂ ਦੇ ਪ੍ਰਤੀ ਤੇ ਚਲੇ ਜਾਂਦੇ। ਪਰ ਇਹਨਾਂ ਨੇ ਜਿਹੜੀ ਤੁਸੀਂ ਗੱਲ ਕੀਤੀ ਨਾ ਡਾਕਟਰ ਸਾਹਿਬ ਕਿ ਇਹ ਜੀ ਉਹ ਜਿਹੜੇ ਕਾਂਗਰਸੀ ਵਰਕਰ ਹੈਗੇ ਨੇ ਜਾਂ ਕਾਂਗਰਸੀ ਪਾਰਟੀ ਦੇ ਜਿਹੜੇ ਬੰਦੇ ਨੇ ਸੰਬੰਧ ਰੱਖਣ ਵਾਲੇ, ਉਹ ਉਹਨਾਂ ਨੇ ਕੱਲ ਲੱਡੂ ਵੰਡੇ ਜੀ ਕਰੇ। ਮੈਨੂੰ ਤਾਂ ਇਹ ਲੱਗਦਾ ਹੈ ਕਿ ਉਹ ਕਈ ਵਾਰੀ ਜਦੋਂ ਲਾੜਾ ਹੁੰਦਾ ਨਾ ਕਾਣਾ, ਤੇ ਉਹਦੇ ਇਸ ਔਗਣ ਨੂੰ ਛਪਾਉਣ ਦੇ ਲਈ ਇੱਕ ਤਾਂ ਵੱਡਾ ਜਿਹੜਾ ਸਿਹਰਾ ਬੰਨ੍ਹ ਦਿੱਤਾ ਜਾਂਦਾ ਹੈ ਨਾ, ਉਹਦੇ ਲੰਗ ਮੂੰਹ ਜੇਕਰ ਉਹ ਲੰਗੜਾ ਹੋਵੇ ਤਾਂ, ਤੇ ਦੂਸਰਾ ਫਿਰ ਬਰਾਤੀ ਜਿਹੜੇ ਹੁੰਦੇ ਨਾ ਮੂਹਰੇ ਨੱਚਣ ਟੱਪਣ ਲੱਗ ਜਾਂਦੇ ਨੇ, ਭੰਗੜਾ ਪਾਉਣ ਲੱਗ ਜਾਂਦੇ ਨੇ, ਸ਼ੋਅ ਕਰਨ ਲੱਗ ਜਾਂਦੇ ਨੇ ਵੀ ਸਹੁਰਿਆਂ ਦੇ ਘਰ ਤੱਕ ਤੋਰ ਕੇ ਇਸ ਕਰਕੇ ਲੈ ਕੇ ਜਾਂਦੇ ਨੇ ਕਿ ਉਹ ਇਹਦੇ ਜਿਹੜੇ ਉਹ ਦੇਖ ਕੇ ਇਹਦੀ ਜਿਹੜੀ ਕਮੀ ਪੇਸ਼ੀ ਉਹ ਦੇਖ ਕੇ ਇਹਨੂੰ ਰਿਜੈਕਟ ਨਾ ਕਰ ਦੇਣ। ਤੇ ਇਹੀ ਮੈਨੂੰ ਲੱਗਦਾ ਹੈ ਕਿ ਜਿਹੜਾ ਭੰਗੜੇ ਪਾਉਣੇ ਜਾਂ ਲੱਡੂ ਵੰਡਣੇ, ਉਹ ਇੱਕ ਨਾ ਜਿਵੇਂ ਇਹਨਾਂ ਨੇ ਇਹ ਸਮਝ ਲਿਆ ਹੈ ਕਿ ਜਿੱਦਾਂ ਕਿਸਾਨ ਜਿਹੜੇ ਹੈਗੇ ਆ ਵੀ ਉਹ ਤਾਂ ਭੋਲੇ ਨੇ, ਉਹਨਾਂ ਨੂੰ ਪਤਾ ਨਹੀਂ, ਜਦ ਕਿ ਇਹ ਜ਼ਰੂਰ ਸਮਝ ਲੈਣਾ ਚਾਹੀਦਾ ਰਾਜਸੀ ਪਾਰਟੀਆਂ ਨੂੰ ਕਿ ਕਿਸਾਨ ਵੀ ਤੁਹਾਡੇ ਵਾਂਗੂ ਪੜ੍ਹ ਲਿਖ ਚੁੱਕੇ ਨੇ, ਕਿਸਾਨ ਵੀ ਤੁਹਾਡੇ ਵਾਂਗੂ ਅਖਬਾਰਾਂ ਪੜ੍ਹਦੇ ਨੇ। ਹੁਣ ਤਾਂ ਵੈਸੇ ਸੋਸ਼ਲ ਮੀਡੀਆ ਨੇ ਬਹੁਤ ਜਾਗਰੂਕ ਕਰਤਾ, ਸੋ ਇਹ ਭੁਲੇਖਿਆਂ 'ਚ ਨਾ ਰਹੋ। ਤੁਹਾਨੂੰ ਭੁਲੇਖੇ ਜਿਹੜੇ ਦੂਰ ਕਰ ਦੇਣੇ ਚਾਹੀਦੇ ਆ। ਜਿਸ ਤਰੀਕੇ ਨਾਲ ਤੁਸੀਂ ਦਮਗੱਜੇ ਮਾਰੇ ਨੇ ਨਾ, ਉਹ ਕਿਤੇ ਵੀ ਕਿਸਾਨਾਂ ਦੇ ਹੱਕ ਵਿੱਚ ਜਾਣ ਵਾਲੀ ਗੱਲ। ਤੇ ਜਿਵੇਂ ਹੁਣ ਲੁਕਵੇਂ ਢੰਗ ਨਾਲ ਕੈਪਟਨ ਸਾਹਿਬ ਨੇ ਕਿਹਾ ਕਿ ਧਰਨੇ ਚੁੱਕ ਦੇਣੇ ਚਾਹੀਦੇ, ਇਹ ਵੀ ਇੱਕ ਤਰ੍ਹਾਂ ਨਾਲ ਅੰਦੋਲਨ ਨੂੰ ਸਾਬੋਤਾਜ ਕਰਨ ਵਾਲੀ ਕੋਸ਼ਿਸ਼ ਹੀ ਕਹੀ ਜਾ ਸਕਦੀ ਹੈ। ਮੈਨੂੰ ਤਾਂ ਇਹ ਲੱਗਦਾ ਡਾਕਟਰ ਸਾਹਿਬ ਕਿ ਜਿਹੜਾ ਇਹਨਾਂ ਨੇ ਜਿਹੜੇ ਲੁਕਵੀਂ ਜੀ ਗੱਲ, ਮੈਂ ਤੁਹਾਨੂੰ ਲੁਕਵੇਂ ਢੰਗ ਨਾਲ ਕਾਰਪੋਰੇਟ ਦੇ ਨਾਲ ਖੜਨ ਦੀ ਗੱਲ ਕੀਤੀ ਸੀ, ਜਿਹੜੇ ਇਹਨਾਂ ਨੇ ਕਿਹਾ ਕਿ 3 ਸਾਲ ਦੀ ਸਜ਼ਾ ਦਾ ਪ੍ਰਾਵਧਾਨ। ਹੁਣ ਵੇਖੋ ਵੀ ਉਹ ਕਹਿੰਦੇ ਵੀ ਜੇਕਰ ਕੋਈ ਘੱਟ ਕੀਮਤ ਤੇ ਖਰੀਦੂਗਾ ਹਨਾ, ਮਜਬੂਰ ਕਰੂਗਾ, ਹੁਣ ਜਿਹੜਾ ਵਿਚਾਰਾ 1 ਏਕੜ ਜਾਂ 2 ਏਕੜ ਵਾਲਾ ਕਿਸਾਨ ਆ ਹਨਾ, ਉਹ ਕੀ ਕਰੂਗਾ? ਉਹਨੂੰ ਪੈਸੇ ਦੀ ਲੋੜ ਹੋਏਗੀ, ਪੈਸੇ ਦੀ ਜਦੋਂ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਉਹਨੂੰ ਲੋੜ ਹੋਏਗੀ ਤੇ ਉਹ ਕਹਿੰਦਾ ਵੀ ਆ ਭਰਾ ਮੇਰੇ ਜਿੰਨੇ ਮਰਜ਼ੀ ਤੂੰ ਰੇਟ ਤੇ ਚੁੱਕ ਨਾ, ਉਹ ਚੀਜ਼ ਬੜੀ। ਹੁਣ ਇਹਨਾਂ ਕੋਲ ਚੋਰ ਮੋਰੀ ਇਹ ਰਹਿ ਗਈ ਆ ਕਿ ਇਹਨਾਂ ਨੇ ਜਿਹਨੇ ਵੀ ਬਿੱਲ ਬਣਾਇਆ ਹੈਗਾ, ਜਿਹਨੇ ਬਣਾ ਕੇ ਖਰੜਾ ਤਿਆਰ ਕੀਤਾ, ਉਹਨੇ ਬੜੀ ਵਿੱਚ ਲੂਪਹੋਲ ਰੱਖਿਆ ਹੈ ਕਿ ਕਿਸਾਨ ਉਹ ਵਪਾਰੀ ਤਾਂ ਇਹ ਕਹਿ ਸਕਦਾ ਵੀ ਕੱਲ ਨੂੰ ਜੇ ਕਿਸਾਨ ਕੇਸ ਨਹੀਂ ਕਰਦਾ, ਮੈਂ ਤਾਂ ਮਜਬੂਰ ਨਹੀਂ, ਇਹਨੇ ਆਪ ਹੀ ਮੇਰੇ ਕੋਲ ਫਸਲ ਵੇਚੀ। ਸੋ ਇਹ ਕਿਤੇ ਨਾ ਕਿਤੇ ਜਾਂ ਤਾਂ ਉਹਦੇ ਵਿੱਚ ਇਹ ਜਿਹੜਾ ਅੰਕਿਤ ਕਰਦੇ ਕਿ ਜੇਕਰ ਕਿਸਾਨ ਸਸਤੇ ਭਾਅ ਤੇ ਕਿਸੇ ਵਪਾਰੀ ਨੂੰ ਫਸਲ ਕਿਸੇ ਵੀ ਮਜਬੂਰੀ ਕਾਰਨ ਵੇਚਦਾ ਹੈ ਤੇ ਉਹ ਜਿਹੜਾ ਦੋਸ਼ੀ ਜਿਹੜਾ ਹੋਏਗਾ ਉਹ ਖਰੀਦਣ ਵਾਲਾ ਵਪਾਰੀ ਹੀ ਹੋਏਗਾ, ਉਹਦੇ ਲਈ ਜਿਹੜਾ 3 ਸਾਲ ਦੀ ਸਜ਼ਾ ਦਾ ਪ੍ਰਾਵਧਾਨ ਹੋਏਗਾ। ਜੇ ਤਾਂ ਇਹ ਵਿੱਚ ਬਕਾਇਦਾ ਠੋਕ ਵਿਚਾਰ ਅਜੇ ਵੀ ਸੋਧ ਕਰ ਸਕਦੇ ਆ, ਜੇ ਸੋਧ ਹੋ ਜਾਂਦੀ ਹੈ ਤਾਂ ਕਿਸੇ ਹੱਦ ਤੱਕ ਕਿਸਾਨ ਦੇ ਹੱਕ ਵਿੱਚ ਇਹ ਫੈਸਲਾ ਜਾ ਸਕਦਾ, ਬਿਲਕੁਲ ਕਾਨੂੰਨ ਜਾ ਸਕਦਾ। ਨਹੀਂ ਤਾਂ ਇਹਨਾਂ ਦੀ ਇਹੀ ਮਨਸ਼ਾ ਹੈਗੀ ਆ ਕਿ ਉੱਪਰੋਂ ਲੋਕਾਂ ਨੂੰ ਦਿਖਾ ਦਿਓ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ, ਲੇਕਿਨ ਅੰਦਰੋਂ ਜਿਹੜੀ ਖਬਰ ਆ ਰਹੀ ਹੈ, ਜਿਹੜੇ ਲੋਕ ਸੋਚ ਰਹੇ ਨੇ ਜਾਂ ਜਿਹੜੇ ਲੋਕ ਬੁੱਧੀਜੀਵੀ ਹੈਗੇ ਨੇ,
ਆਪਣੀ ਸਿਆਸੀ ਮੁਹਾਰਤ ਰੱਖਦੇ ਨੇ, ਉਹ ਇਹੀ ਦੱਸ ਰਹੇ ਨੇ ਕਿ ਇਹ ਅੱਖਾਂ ਚੁੰਮਣ ਵਾਲੀ ਗੱਲ ਹੈ, ਜ਼ਿਆਦਾ ਖੁਸ਼ ਹੋਣ ਵਾਲੀ ਲੋਕਾਂ ਨੂੰ ਇਹਦੇ ਵਿੱਚ ਕੋਈ ਗੱਲ ਨਹੀਂ ਹੈ। ਚਲੋ ਇਹ ਤਾਂ ਹੋ ਗਿਆ ਵੀ ਜਿਹੜੇ ਉਹਨਾਂ ਨੇ ਬਿੱਲ ਲੈ ਕੇ ਆਂਦੇ ਆ, ਕੋਈ ਜ਼ਿਆਦਾ ਉਹਦਾ ਫੇਰ ਬਦਲ ਨਹੀਂ ਹੈਗਾ ਉਹਨਾਂ ਤੇ ਚੌਥਾ ਇਹਨਾਂ ਨੇ ਇੱਕ ਹੋਰ ਬਿੱਲ ਪਾਸ ਕਰ ਦਿੱਤਾ ਆਪਣੇ ਵੱਲੋਂ, ਉਹ ਇਹ ਹੈ ਕਿ 2.5 ਏਕੜ ਤੱਕ ਦੇ ਜਿਹੜੇ ਮਾਲਕ ਕਿਸਾਨ ਹੈਗੇ ਆ, ਜੇ ਉਹ ਕਰਜ਼ੇ ਦੇ ਵਿੱਚ ਆਉਂਦੇ ਆ ਤਾਂ ਉਹਨਾਂ ਦੀ ਜ਼ਮੀਨ ਦੀ ਕੁਰਕੀ ਨਹੀਂ ਹੋ ਸਕਦੀ। ਇਹ ਜ਼ਰੂਰ ਕਿਸਾਨਾਂ ਵਾਸਤੇ ਇੱਕ ਰਾਹਤ ਵਾਲੀ ਗੱਲ ਕਹੀ ਜਾ ਸਕਦੀ ਹੈ। ਇਕੱਲੀ ਕੁਰਕੀ ਨਹੀਂ ਹੋ ਸਕਦੀ ਕਿ ਵੀ ਜਿਹੜੇ ਉਹਨਾਂ ਦਾ ਜਿਹੜਾ ਕਰਜ਼ਾ ਹੈਗਾ ਉਹ ਵੀ ਮਾਫ ਕਰ ਦਿੱਤਾ, ਮਾਫ ਕਰਨ ਵਾਲੀ ਤਾਂ ਮੇਰੇ ਖਿਆਲ 'ਚ ਜੀ ਕੋਈ ਗੱਲ ਹੋਈ ਨਹੀਂ। ਡਾਕਟਰ ਸਾਹਿਬ ਹੋਰ ਵੀ ਆ ਨਾ ਕਿ 1.5-2 ਏਕੜ ਵਾਲਾ ਜਿਹੜਾ ਕਿਸਾਨ ਆ, ਵੈਸੇ ਉਹਦੀ ਲਿਮਟ ਕਿੰਨੀ ਕੁ ਵੱਜਦੀ ਹੈ, ਲਿਮਟ ਵੀ ਬੜੀ ਥੋੜੀ ਜਿਹੀ। ਇਹ ਤਾਂ ਹੁਣ ਜਿਹੜੇ ਕਾਰਪੋਰੇਟ ਘਰਾਣੇ ਹੈਗੇ ਨੇ ਜਿਨ੍ਹਾਂ ਤੋਂ ਉਹਨਾਂ ਨੂੰ ਫੰਡ ਆਉਣੇ ਵੱਡੇ ਉਹਨਾਂ ਨੂੰ ਖੁੱਲਾ ਵੀ ਅਨਲਿਮਟਿਡ ਉਹ ਕਰਜ਼ਾ ਲੈ ਜਾਣ, ਕਰੋੜਾਂ ਦੇ ਵਿੱਚ ਲੈ ਸਕਦੇ ਹਨ। ਨਾਲੇ ਕਾਰਪੋਰੇਟ ਘਰਾਣੇ ਜਿਹੜੇ ਜਾਂ ਅਮੀਰ ਲੋਕ ਜਿਹੜੇ ਆ ਉਹਨਾਂ ਨੂੰ ਕਰਜ਼ਾ ਦੇਣ ਨੂੰ ਜਾਂ ਉਹਨਾਂ ਤੋਂ ਕਰਜ਼ਾ ਲੈਣ ਨੂੰ ਕੋਈ ਵਾਪਸ ਲੈਣ ਨੂੰ ਵੀ ਕੋਈ ਹੈ ਨਹੀਂ, ਲੇਕਿਨ ਜਿਹੜੇ ਸਾਡੇ ਵਰਗੇ ਆਮ ਕਿਸਾਨ ਨੇ, ਮੱਧਮ ਵਰਗ ਦੇ ਲੋਕ ਨੇ, ਉਹਨਾਂ ਤੋਂ ਇਹ ਕਰਜ਼ਾ ਲੈਣ ਵਾਸਤੇ ਕੁਰਕੀਆਂ ਤੱਕ ਕਰਦੇ ਨੇ। ਬਿਲਕੁਲ ਜੀ, ਉਹਨਾਂ ਨੂੰ ਤਾਂ ਹੱਥਕੜੀਆਂ ਲੱਗਦੀਆਂ ਤੱਕ ਦੇਖੀਆਂ ਹੈਗੀਆਂ ਮੈਂ ਉਹਨਾਂ ਨੂੰ, ਕਿਸਾਨਾਂ ਨੂੰ, ਵਿਚਾਰਿਆਂ ਨੂੰ। ਦੂਸਰੀ ਗੱਲ ਇਹ ਵੀ ਹੈ ਕਿ ਆਪਾਂ ਇੱਥੇ ਇੱਕ ਹੋਰ ਗੱਲ ਕਰੀਏ ਕਿ ਦੇਖੋ ਆਪਾਂ ਹੁਣ ਧਰਨਿਆਂ ਦੇ ਵਿੱਚ ਜਾਂਦੇ ਹਾਂ, ਸ਼ਮੂਲੀਅਤ ਕਰਦੇ ਨੇ। ਦਰਸ਼ਕੋ ਇੱਕ ਤੁਹਾਡੇ ਨਾਲ ਹੋਰ ਵੀ ਸਾਂਝੀ ਕਰੀਏ ਗੱਲ ਕਿ ਪਿਛਲੇ ਦਿਨੀ ਆਪਾਂ ਨੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਸੀਗਾ ਇਸੇ ਚੈਨਲ ਤੋਂ, ਉਹ ਸੀਗਾ ਕਿ ਮੋਦੀ ਦਾ ਸਵੈ ਰਚਿਤ ਅਕਸ ਤੇ ਪੰਜਾਬ ਦੇ ਲੋਕ, ਤੇ ਉਹ ਆਪਾਂ ਲੜੀਵਾਰ ਹਫ਼ਤਾਵਾਰ ਚਲਾਉਣ ਦੀ ਕੋਸ਼ਿਸ਼ ਕੀਤੀ ਸੀ। ਪਰ ਪ੍ਰੋਬਲਮ ਇੱਥੇ ਇਹ ਆ ਗਈ ਕਿ ਸਾਨੂੰ ਲਗਾਤਾਰ ਧਰਨਿਆਂ ਦੇ ਵਿੱਚ ਸ਼ਮੂਲੀਅਤ ਕਰਨੀ ਪਈ ਤੇ ਰਾਤ ਨੂੰ ਜਦੋਂ ਵਾਪਸ ਆਉਂਦੇ ਸੀਗੇ ਤੇ ਬੜੀ ਥਕਾਵਟ ਮਹਿਸੂਸ ਹੁੰਦੀ ਸੀ, ਉਹਦੇ ਕਰਕੇ ਘਰ ਦੇ ਕੰਮ ਵੀ ਆ ਕੇ ਕਰਨੇ ਹੁੰਦੇ ਸੀਗੇ। ਸੋ ਉਹ ਸਾਨੂੰ ਪੋਸਟਪੋਨ ਕਰਨਾ ਪਿਆ ਤੇ ਆਪਾਂ ਉਹਨਾਂ ਨੂੰ ਕੰਟੀਨਿਊ ਰੱਖਾਂਗੇ ਉਸ ਚੀਜ਼ ਨੂੰ। ਤੇ ਅੱਜ ਆਪਾਂ ਸਿਰਫ ਅਨਾਲਿਸਿਸ ਇਹ ਕਰਦੇ ਹਾਂ ਕਿ ਜਿਹੜਾ ਜੋ ਕੱਲ੍ਹ ਤਾਜ਼ਾ ਜਿਹੜਾ ਘਟਨਾਕ੍ਰਮ ਹੋਇਆ ਹੈ ਤੇ ਉਹਦਾ ਹੀ ਅਨਾਲਿਸਿਸ ਆਪਾਂ ਕਰਾਂਗੇ। ਤੇ ਦੂਸਰੀ ਗੱਲ ਜਿਹੜੀ ਹੈਗੀ ਹੈ ਕਿ ਡਾਕਟਰ ਸਾਹਿਬ ਇਹ ਤਾਂ ਹੋ ਗਈ ਨਾ ਕਿ ਜਿਹੜੇ ਕਾਨੂੰਨ ਆਏ ਨੇ ਕੋਈ ਬਹੁਤੇ ਹਿੱਤ ਵਿੱਚ ਨਹੀਂ ਹੈਗੇ, ਇਹ ਕੋਈ ਉਹ ਨਹੀਂ ਹੈਗਾ ਕਿ ਵੀ ਸਾਨੂੰ ਇਹ ਬੜਾ ਖੁਸ਼ੀ ਵਾਲੀ ਗੱਲ ਹੈ ਕਿ ਜਿਹੜੀ ਕੈਪਟਨ ਸਰਕਾਰ ਸਾਡੇ ਹਤੈਸ਼ੀ ਆ, ਕਿਉਂਕਿ ਵੇਖੋ ਦੋਸ਼ ਅਸੀਂ ਕੈਪਟਨ ਸਰਕਾਰ ਨੂੰ ਵੀ ਨਹੀਂ ਦੇ ਸਕਦੇ ਕਿਉਂਕਿ ਸਰਕਾਰਾਂ ਸਾਰੀਆਂ ਕੋਈ ਵੀ ਆ ਜਾਏ, ਚਾਹੇ ਉਹ ਕਿਸੇ ਪਾਰਟੀ ਦੀ, ਉਹਨਾਂ ਨੇ ਖੇਡਣਾ ਤਾਂ ਕਾਰਪੋਰੇਟ ਘਰਾਣੇ ਦੇ ਹੱਥਾਂ ਦੇ ਵਿੱਚ ਹੀ ਹੁੰਦਾ, ਮਜਬੂਰੀ ਹੁੰਦੀ ਕਿਉਂਕਿ ਉਹਨਾਂ ਨੇ ਫੰਡ ਲੈਣੇ ਹੁੰਦੇ ਵੱਡੇ, ਠੀਕ ਹੈ ਜੀ। ਸੋ ਇਸ ਕਰਕੇ ਮੇਰਾ ਖਿਆਲ ਨਹੀਂ ਹੈ ਵੀ ਉਹ ਕਿਸਾਨਾਂ ਦੇ ਬਹੁਤਾ ਅਸੀਂ ਕਹੀਏ ਹਤੈਸ਼ੀ ਹੋ ਸਕਦੇ ਨੇ। ਤੇ ਬਾਕੀ ਹੁਣ ਵੀ ਜਿਹੜੀ ਖਿੱਚੋਤਾਣੀ ਲੱਗੀ ਜਿਹੜੀ ਡਾਕਟਰ ਸਾਹਿਬ ਕ੍ਰੈਡਿਟ ਗੇਮ ਚੱਲ ਰਹੀ ਹੈ ਨਾ ਪਾਰਟੀਆਂ ਦੇ ਵਿੱਚ, ਰਾਜਸੀ ਪਾਰਟੀਆਂ ਦੇ ਵਿੱਚ ਹਰ ਕੋਈ ਪਾਰਟੀ ਆਪਣੀ ਪਾਰਟੀ ਨੂੰ ਆਪਣੇ ਜਿਹੜਾ ਹੈਗਾ ਕ੍ਰੈਡਿਟ ਦਿਵਾਉਣ ਵਾਸਤੇ ਪੱਬਾ ਭਾਰ ਹੋਈ ਪਈ ਹੈ। ਉਹ ਕੋਸ਼ਿਸ਼ ਕਰਦੇ ਨੇ ਕਿਸੇ ਨਾ ਕਿਸੇ ਜਿਹੜਾ ਕਿਸਾਨੀ ਮੋਰਚੇ ਦੇ ਵਿੱਚ ਸ਼ਾਮਲ ਹੋਣ ਦੀ। ਉਹ ਤਾਂ ਇਹ ਹੈ ਕਿ ਹੁਣ ਕਿਸਾਨ ਜਿਹੜੇ ਆ ਬਹੁਤ ਜ਼ਿਆਦਾ ਜਾਗਰੂਕ ਹੋ ਚੁੱਕੇ ਆ, ਇਹਨਾਂ ਦੀਆਂ ਲੁੰਬੜ ਚਾਲਾਂ ਨੂੰ ਸਮਝ ਚੁੱਕੇ ਆ ਤੇ ਇਹਨਾਂ ਦੀ ਕੋਸ਼ਿਸ਼ ਹੁੰਦੀ ਹਰ ਹਰਬਾ ਵਰਤ ਕੇ ਵੀ ਕਿਵੇਂ ਨਾ ਕਿਵੇਂ ਜਿਹੜਾ ਪਲੇਟਫਾਰਮ ਤਿਆਰ ਕੀਤਾ ਹੈਗਾ ਇਹਨਾਂ ਦਾ ਸਟੇਜ ਵਰਤ ਲਈਏ ਅਸੀਂ ਆਪਣੇ ਪੋਲੀਟੀਕਲ। ਤੇ ਜੇ ਡਾਕਟਰ ਸਾਹਿਬ ਇੰਨੇ ਹੀ ਹਮਾਇਤੀ ਨੇ ਕਿਸਾਨਾਂ ਦੇ ਜਿਹੜੇ ਰਾਜਸੀ ਪਾਰਟੀਆਂ ਹੈਗੇ ਤੇ ਫਿਰ ਉਹਨਾਂ ਨੂੰ ਆਪਣੀ ਪਾਰਟੀ ਦੇ ਝੰਡੇ ਛੱਡ ਕੇ ਕਿਸਾਨੀ ਏਕਤਾ ਦੇ ਝੰਡੇ ਥੱਲੇ ਆ ਕੇ ਸਾਰੇ ਇਹਨਾਂ ਦੇ ਨਾਲ ਰਲ ਕੇ ਇਹਨਾਂ ਦੇ ਨਾਲ ਬੈਠ ਕੇ ਲੜਾਈ ਲੜਨੀ ਚਾਹੀਦੀ, ਕਿਉਂਕਿ ਕਿਸਾਨਾਂ ਨੇ ਵੇਖੋ ਲੋਕਾਂ ਨੇ ਪਬਲਿਕ ਨੇ ਇਹਨਾਂ ਨੂੰ ਆਪਣੇ ਆਪ ਹੀ ਸਿਰ ਤੇ ਚੁੱਕ ਲੈਣਾ ਜੇਕਰ ਉਹ ਛੱਡ ਕੇ ਝੰਡਾ। ਪਰ ਉਹ ਕਿਉਂਕਿ ਸਿਆਸੀ ਰੋਟੀਆਂ ਸੇਕਣ ਦਾ ਇਹਨਾਂ ਦਾ ਸ਼ੁਰੂ ਤੋਂ ਖਾਸਾ ਰਿਹਾ, ਉਹ ਇਹਨੂੰ ਛੱਡ ਨਹੀਂ ਸਕਦੇ, ਇਹਨਾਂ ਦੇ ਖੂਨ ਦੇ ਵਿੱਚ ਰੱਖ ਚੁੱਕੀ ਹੈ। ਸੋ ਇਸ ਕਰਕੇ ਇਹ ਤਾਂ ਗੱਲ ਹੋ ਗਈ ਕਿ ਸਿਆਸੀ ਪਾਰਟੀਆਂ ਵੀ ਕ੍ਰੈਡਿਟ ਗੇਮ ਖੇਡ ਰਹੀਆਂ ਨੇ, ਬਲੇਮ ਗੇਮ ਵੀ ਚੱਲ ਰਹੀ ਹੈ ਇੱਕ ਦੂਜੇ ਤੇ। ਕੱਲ ਹੁਣ ਦੇਖੋ ਤੁਸੀਂ ਉਹ ਕਹਿੰਦੇ ਨੇ ਨਾ ਕਿ ਇੱਕੋ ਥਾਲੀ ਦੇ ਚੱਟੇ ਵੱਟੇ ਨੇ, ਸਾਰੇ ਤੋਂ ਪ੍ਰਤੀਤ ਹੁੰਦਾ ਸੀ ਬਾਹਰ ਆ ਕੇ ਕੁਛ ਉਹੀ ਆਮ ਆਦਮੀ ਪਾਰਟੀ ਵਾਲੇ ਜਿਵੇਂ ਭਗਵੰਤ ਮਾਨ, ਲੋਕ ਭਲਾਈ ਪਾਰਟੀ, ਕੋਈ ਇਹਨਾਂ ਨੇ ਸਾਰੇ ਰਲ ਕੇ ਕਰਕੇ ਆਏ ਸਾਰਾ ਕੰਮ ਤੇ ਬਾਹਰ ਆ ਕੇ ਉਹਨਾਂ ਦੇ ਵਿਰੁੱਧ ਬੋਲ ਰਹੇ ਨੇ। ਹੁਣ ਇਹ ਨਹੀਂ ਸਮਝ ਆਉਂਦੀ ਵੀ ਉਹਨਾਂ ਨੇ ਅੰਦਰ ਕੀ ਬੋਲਿਆ ਤੇ ਬਾਹਰ ਉਹ ਕੀ ਬੋਲ ਰਹੇ ਨੇ, ਹਨਾ। ਹੁਣ ਜਿਹੜੇ ਭਗਵੰਤ ਮਾਨ ਜਿਹੜੇ ਬਿਆਨ ਦੇ ਰਹੇ ਨੇ ਤੇ ਉਹਦੇ ਤੋਂ ਇਹ ਲੱਗਦਾ ਵੀ ਕੀ ਉਹ ਦਵੰਦਵਾਦੀ ਨੇ, ਵੀ ਉਹ ਸਵੈ ਵਿਰੋਧੀ ਹੋ ਗਿਆ ਨਾ, ਕਿ ਅੰਦਰ ਤਾਂ ਉਹਨਾਂ ਦੀ ਹਿੱਕ ਠੋਕ ਕੇ ਹਮਾਇਤ ਕਰਕੇ ਆਏ। ਚੀਮਾ ਸਾਹਿਬ ਜਿਹੜੇ ਉਹਨਾਂ ਦੇ ਆਪੋਜੀਸ਼ਨ ਦੇ ਵਿੱਚ ਬੈਠੇ ਨੇ, ਮਤਲਬ ਹਮਾਇਤ ਕਰਕੇ ਹਿੱਕ ਠੋਕ ਕੇ ਉਹਨਾਂ ਨੇ ਕੀਤਾ ਬੱਲੇ ਤੇ ਭਗਵੰਤ ਮਾਨ ਜਿਹੜੇ ਉਸੇ ਪਾਰਟੀ ਦੇ MP ਹੈਗੇ ਨੇ ਤੇ ਉਹ ਇਹਦੇ ਹੁਣ ਖਿਲਾਫ ਬੋਲ ਰਹੇ ਨੇ ਕਿ
ਇਹ ਗੇਮ ਕੀ ਖੇਡ ਰਹੇ ਨੇ, ਕੋਈ ਸਮਝ ਤੋਂ ਕੋਈ ਬਾਹਰ ਸਮਝ ਦੀ ਤੋਂ ਗੱਲ ਬਾਹਰ ਹੈ, ਹੈ। ਜਿਵੇਂ ਨਾ ਦੁਵਿਧਾ ਦੇ ਵਿੱਚ ਦੁੱਧਾ ਚ ਪਾ ਰਹੇ, ਕਿਸਾਨਾਂ ਨੂੰ confuse ਕਰ ਰਹੇ ਸਾਰੇ। ਪਰ ਇਹ ਤੁਸੀਂ ਭੁਲੇਖੇ ਦੇ ਵਿੱਚ ਹੋ ਵੀ ਜਿੰਨੀਆਂ ਰਾਜਸੀ ਪਾਰਟੀਆਂ ਨੂੰ ਮੈਂ ਤਾਂ ਇਹੀ ਕਹਿਣਾ ਚਾਹੂੰਗੀ ਕਿ ਤੁਸੀਂ ਭੁਲੇਖੇ ਦੇ ਵਿੱਚ ਹੋ। ਹੁਣ ਕਿਸਾਨ ਦੁਵਿਧਾ ਦੇ ਵਿੱਚ ਪੈਣ ਵਾਲੇ ਨਹੀਂ ਹੈਗੇ ਗੇ, ਕਿਉਂਕਿ ਆਪਾਂ ਤਾਂ ਹੁਣ ਗਰਾਊਂਡ ਲੈਵਲ ਤੇ ਜਾ Ground ਕੇ level ਸਾਰਿਆਂ ਤੇ ਨਾਲ ਮਿਲੇ ਆ, ਗੱਲਬਾਤ ਦੇਖਿਆ ਕਰਕੇ ਹੈ ਪਤਾ ਨਾ ਲੱਗ ਕਿੰਨੇ ਜਾਂਦਾ। ਇੰਟੈਲੈਕਚੁਅਲ ਨੇ ਉਹਨਾਂ ਦੇ ਪਿੱਛੇ, ਪੜ੍ਹੇ ਲਿਖੇ ਨੇ ਸਾਰੇ ਬਹੁਤ ਬਿਲਕੁਲ, ਜ਼ਿਆਦਾ ਬਿਲਕੁਲ, ਜ਼ਹੀਨ ਲੋਕ ਨੇ। ਬਿਲਕੁਲ। ਇੱਕ ਬਹੁਤ ਮੈਂ ਹੋਰ ਦੱਸਦਾ ਦੂਰਦਰਸ਼ੀ ਕਿ ਦਰਸ਼ਕੋ ਜਿਹੜਾ ਇੱਕ ਐਜੂਕੇਸ਼ਨਿਸਟ ਦਾ ਇੱਕ ਵੱਡੇ ਪੱਧਰ ਤੇ ਉਹਨਾਂ ਨੇ ਬਣਾਇਆ ਹੈਗਾ ਆਪਣਾ ਇੱਕ ਟਰਸਟ, ਤੇ ਉਹਦੇ ਵਿੱਚ ਡਾਕਟਰ ਸਾਹਿਬਾ ਨੂੰ ਵੀ ਸ਼ਾਮਲ ਕੀਤਾ ਗਿਆ। ਤੇ ਜਿੱਥੇ ਐਜੂਕੇਸ਼ਨਿਸਟ ਫੋਰਮ, ਹਾਂ ਐਜੂਕੇਸ਼ਨਿਸਟ ਫਾਰਮ ਜਿਹੜੀ ਹੈਗੀ ਆ ਉਹ ਐਡੀ ਵੱਡੀ ਫਾਰਮ ਆ, ਇੰਨੇ ਮਤਲਬ ਉਹਦੇ ਵਿੱਚ ਵਿਦਵਾਨ ਸ਼ਾਮਲ ਨੇ, ਉਹਦੇ ਵਿੱਚ ਇਹ ਵੀ ਮੇਨ ਸ਼ਾਮਲ ਨੇ। ਤੇ ਇਹ ਤੁਸੀਂ ਦੇਖੋ ਵੀ ਐਡੇ ਐਡੇ ਵੱਡੇ ਵਿਦਵਾਨ ਕਿਸਾਨਾਂ ਦੇ ਪਿੱਛੇ ਉਹਨੇ ਕਿਸਾਨਾਂ ਦੀ ਜਿਹੜੀ ਕਿਉਂਕਿ ਅਸੀਂ ਕਿਸਾਨਾਂ ਦੇ ਧੀਆਂ ਪੁੱਤ ਹਾਂ, ਸਾਨੂੰ ਕਿਸਾਨੀ ਸਮੱਸਿਆਵਾਂ ਦਾ ਪਤਾ ਹੈ। ਇਸ ਕਰਕੇ ਕਿਸਾਨਾਂ ਦੇ ਨਾਲ ਖੜੇ ਹੋਣਾ ਸਾਡਾ ਮੁੱਢਲਾ ਫਰਜ਼ ਹੈ, ਕਿਸਾਨਾਂ ਦੇ ਧੀਆਂ ਪੁੱਤ ਹੋਣ ਦੇ ਨਾਤੇ। ਇਸ ਵਾਸਤੇ ਕਿਸਾਨਾਂ ਦੇ ਨਾਲ ਖੜੇ ਹਾਂ, ਕਿਸਾਨਾਂ ਦੇ ਹਰ ਮਸਲੇ ਤੇ ਗੱਲ ਕਰਦੇ ਹਾਂ ਤੇ ਕਰਦੇ ਰਵਾਂਗੇ। ਅੱਛਾ ਡਾਕਟਰ ਸਾਹਿਬ, ਇੱਕ ਹੋਰ ਮੇਰੇ ਦਿਮਾਗ 'ਚ ਗੱਲ ਆ ਰਹੀ ਸੀ ਕਿ ਇਹ ਤਾਂ ਖੇਤੀ ਦੇ ਨਾਲ ਸੰਬੰਧਿਤ ਜਿਹੜੀਆਂ ਜੋ ਕੁਝ ਵੀ ਹੋ ਗਿਆ ਜੀ। ਇੱਕ ਨਾ ਹੁਣ ਆਪਾਂ ਵੇਖਿਆ ਵੀ ਜਾ ਕੇ ਜਗ੍ਹਾ ਕਿ ਜਾਂ ਮੀਡੀਆ ਦੇ ਵਿੱਚ ਵੀ ਬੜੇ ਆਪਣੇ ਆਪ ਨੂੰ ਜਿਹੜੇ ਬਹੁਤ ਸਿਆਣੇ ਲੋਕ ਨੇ, ਸਿਆਣੇ ਕਹਾਂਗੇ ਤੋ ਸਿਆਣੇ ਲੋਕ ਜਿਹੜੇ ਉਹ ਕਹਿ ਰਹੇ ਨੇ ਕਿ ਦੇਖੋ ਜੀ ਇਹਨਾਂ ਨੂੰ ਜਿਹੜਾ ਬਿਲਕੁਲ ਸਿੰਪਲਿਸਿਟੀ ਤੇ ਆ ਜਾਣਾ ਚਾਹੀਦਾ ਹੈਗਾ, ਕਿਸਾਨਾਂ ਨੂੰ ਇਹਨਾਂ ਨੂੰ ਫੁਕਰਪੁਣਾ ਛੱਡ ਦੇਣਾ ਚਾਹੀਦਾ ਹੈਗਾ। ਇਹ ਜੀ ਪਹਿਲਾਂ ਪਰ ਮੈਨੂੰ ਲੱਗਦਾ ਕਿ ਫੁਕਰਪੁਣਾ ਜਾਂ ਸਿੰਪਲਿਸਿਟੀ ਜਿਹੜੀ ਕਿਸਾਨਾਂ ਵਾਸਤੇ ਹੀ ਕਿਉਂ ਕੀਤੀ ਜਾ ਰਹੀ ਹੈ, ਕਾਰਨ ਕਿ ਜੇ ਕੋਈ ਹੋਰ ਕਮਿਊਨਿਟੀ ਹੈਗੀ ਹੈ ਤਾਂ ਸਾਡਾ ਵਪਾਰੀ ਵਰਗ ਹੈ, ਸਿੱਖ ਘਰਾਣਿਆਂ ਦੇ ਵਿੱਚੋਂ, ਉਹਨਾਂ ਨੂੰ ਕੋਈ ਕੁਛ ਨਹੀਂ ਕਹਿ ਰਿਹਾ। ਸਿਰਫ ਤੇ ਸਿਰਫ ਕਿਸਾਨ ਜੇ ਆਪਣੇ 4 ਪੈਸੇ ਜੋੜ ਕੇ ਆਪਣੇ ਦਮ ਦੇ ਉੱਤੇ ਕੋਈ ਵਹੀਕਲ ਲੈ ਲੈਂਦਾ ਹੈ ਜਾਂ ਕੋਈ ਵਧੀਆ ਹੋਰ ਚੀਜ਼ ਆਪਣੇ ਘਰ ਦੇ ਵਿੱਚ ਖਰੀਦ ਲੈਂਦਾ ਹੈ ਜਾਂ ਵਧੀਆ ਕੱਪੜੇ ਪਾ ਲੈਂਦਾ ਹੈ, ਤਾਂ ਉਸ ਦੇ ਉੱਤੇ ਕਿਉਂ ਉਂਗਲਾਂ ਉੱਠਦੀਆਂ ਨੇ, ਕਿਉਂ ਫੁਕਰਪੁਣਾ ਕਰਦਾ। ਦਰਸ਼ਕੋ ਸਾਨੂੰ ਇਸ ਕਰਕੇ ਵਿਸ਼ਾ ਛੋਹਣਾ ਪਿਆ ਕਿਉਂਕਿ ਅਸੀਂ ਜਦੋਂ ਧਰਨਿਆਂ ਦੇ ਵਿੱਚ ਜਾਂਦੇ ਆ ਨਾ ਕਿ ਉੱਥੇ ਜਿਹੜੇ ਕਿਸਾਨ ਬੜੇ ਪੜ੍ਹੇ ਲਿਖੇ ਜਿਹੜੇ ਸਾਡੇ ਕਿਸਾਨ ਵੀਰ ਹੈਗੇ ਨੇ, ਜਦੋਂ ਉਹ ਲੈਕਚਰ ਕਰਦੇ ਨੇ, ਭਾਸ਼ਣ ਦਿੰਦੇ ਨੇ, ਤੇ ਉਹ ਇਹ ਗੱਲ ਵਾਰ-ਵਾਰ ਆਖਦੇ ਨੇ ਕਿ ਆਪਣੇ ਸਿੰਪਲਿਸਿਟੀ ਤੇ ਆਓ, ਸਾਦਾ ਰਹੋ। ਆਪਣੇ ਕਿਸਾਨ ਵੀਰਾਂ ਨੂੰ ਵਾਰ-ਵਾਰ ਹਦਾਇਤ ਕਰਦੇ ਨੇ ਕਿ ਭਰਾਵੋ ਆਪਾਂ ਹੋਰ ਸਾਦਾ ਕਰੀਏ ਆਪਣੇ ਆਪ ਨੂੰ, ਹੋਰ ਜਿਹੜਾ ਉਹ, ਤੇ ਬੜਾ ਮੈਨੂੰ ਨਾ ਇੱਕ ਮਹਿਸੂਸ ਹੁੰਦਾ ਹੈ ਗੱਲ, ਬੜੀ ਤਰਸ ਵਾਲੀ ਤਾਂ ਨਹੀਂ ਕਹਿ ਸਕਦੇ ਅਸੀਂ ਵੀ, ਚਲੋ ਮਹਿਸੂਸ ਜ਼ਰੂਰ ਹੁੰਦਾ ਹੈ। ਜਿਵੇਂ ਹੁਣ ਆਪਾਂ ਟੋਲ ਪਲਾਜ਼ਾ ਵਾਲੇ ਤੇ ਗਏ ਸੀ, ਉੱਥੇ ਕਿਸਾਨਾਂ ਵਿਚਾਰਿਆਂ ਨੇ ਕਿੰਨੇ ਸਾਰੇ ਕੱਪੜੇ ਪਾਏ ਸੀਗੇ, ਤੇ ਮੀਡੀਆ ਦੇ ਵਿੱਚ ਇਹ ਵੀ ਦੇਖਿਆ ਕਿ ਉਹ ਜਿਹੜਾ ਜੇ ਕੋਈ ਪਤਾ ਨਹੀਂ ਕਿੰਨੀ ਕਾਸਮੈਟਿਕਸ ਦੀ ਗੱਲ ਹੋ ਰਹੀ ਹੈ ਤੇ ਉਹ ਵੀ ਕਿਸਾਨਾਂ ਦੇ ਉੱਤੇ ਥੋਪੀ ਜਾ ਰਹੀ ਹੈ, ਕੋਲਡ ਡਰਿੰਕ ਦੀ ਗੱਲ ਹੋ ਰਹੀ ਹੈ ਉਹ ਵੀ ਕਿਸਾਨਾਂ ਦੇ ਉੱਪਰ। ਇੱਕ ਦਿਨ ਆਪਾਂ ਸੁਣਿਆ ਸੀਗਾ ਕਿਸੇ ਦੀ ਗੱਲ, ਡਿਬੇਟ ਸੁਣੀ ਸੀ, ਉਹਦੇ ਵਿੱਚ ਸੀ ਕਿ ਕਿਸਾਨ ਜਿਹੜੇ ਨੇ ਆਪਣੇ ਆਪ ਨੂੰ ਬਹੁਤ ਹਾਈ ਫਾਈ ਸਿੱਧ ਕਰਨ ਦੇ ਮਾਰੇ ਕੋਲਡ ਡਰਿੰਕਸ ਵਰਤਦੇ ਨੇ, ਇਹਨਾਂ ਦੇ ਘਰਾਂ ਦੇ ਵਿੱਚ ਕਾਸਮੈਟਿਕਸ ਦੇ ਸਮਾਨ ਬਹੁਤ ਮਹਿੰਗੇ ਵਰਤਦੀਆਂ ਨੇ। ਇਸ ਕਰਕੇ ਪਰ ਇਹ ਚੀਜ਼ ਜਿਹੜੀ ਹੈ ਉਹ ਸਿਰਫ ਕੀ ਕਿਸਾਨਾਂ ਦੇ ਉੱਤੇ ਲਾਗੂ ਹੁੰਦੀ ਹੈ। ਮੈਨੂੰ ਤਾਂ ਲੱਗਦਾ ਹੈ ਕਿ ਕਿਸਾਨਾਂ ਦੀਆਂ ਔਰਤਾਂ ਵਿਚਾਰੀਆਂ ਨੂੰ ਸਵੇਰੇ ਉੱਠ ਕੇ ਮੂੰਹ ਧੋਣ ਦਾ ਵੀ ਵੇਲ ਨਹੀਂ ਹੁੰਦਾ, ਤੇ ਕਾਸਮੈਟਿਕਸ ਤਾਂ ਉਹਨਾਂ ਨੇ ਕਿੱਥੋਂ ਵਰਤਣੀ। ਬਿਲਕੁਲ ਹੈ ਨਾ। ਤੇ ਜਿੱਥੋਂ ਤੱਕ ਕੋਲਡ ਡਰਿੰਕਸ ਵਗੈਰਾ ਦਾ ਸਵਾਲ ਹੈ, ਕਿਸਾਨਾਂ ਘਰਾਂ ਦੇ ਵਿੱਚ ਤਾਂ ਲੱਸੀ ਚੱਲਦੀ ਆਮ ਤੌਰ ਤੇ, ਵੱਧ ਤੋਂ ਵੱਧ ਹੁਣ ਚਾਹ ਚੱਲਦੀ ਹੈ, ਇਸ ਤੋਂ ਵੱਧ ਕੋਲਡ ਡਰਿੰਕਸ ਵਗੈਰਾ ਤਾਂ ਉਹਨਾਂ ਦੇ ਕੋਲ ਵਿਚਾਰਿਆਂ ਕੋਲ ਇੰਨਾ ਵੇਲ ਹੀ ਨਹੀਂ ਹੁੰਦਾ ਕਿ ਉਹ ਜਾ ਕੇ ਲੈ ਕੇ ਆਉਣ ਤੇ ਫਿਰ ਉਹ ਪੀਣ ਖਾਣ, ਪੀਜ਼ੇ ਬਰਗਰ ਵਗੈਰਾ ਖਾਣ ਪੀਣ। ਸੋ ਉਹ ਸਾਰੀ ਗੱਲ ਹੈ ਕਿਸਾਨਾਂ ਦੇ ਥੋਪੜੀ ਮੇਰੀ ਜਾਚੇ ਤਾਂ ਸਹੀ ਨਹੀਂ ਲੱਗਦੀ। ਬਿਲਕੁਲ ਇਹ ਨਾ ਵੀ ਜੇ ਦੇਖੋ ਕੋਈ ਬੁਲਟ, ਕੋਈ ਕਿਸਾਨ ਦਾ ਬੱਚਾ, ਕੋਈ ਮੋਟਰ, ਪਹਿਲੀ ਤਾਂ ਗੱਲ ਜਿੰਨੇ ਹੁਣ ਤੱਕ ਮੈਂ ਅੰਕੜੇ ਇਕੱਠੇ ਕੀਤੇ ਆਪਣੇ ਮੀਡੀਆ ਦੇ ਥਰੂ, ਅੱਜ ਤੱਕ ਕਹਿ ਰਹੀ ਮੈਂ ਪਿਛਲੇ 3 ਸਾਲਾਂ ਤੋਂ ਲੱਗੀ, ਉਹਦੇ ਵਿੱਚ ਇਹ ਆਇਆ ਕਿ ਕੋਈ ਜੇ ਕਿਸਾਨ ਕੋਈ ਥੋੜ੍ਹਾ ਬਹੁਤਾ ਚੰਗੀ 10 ਏਕੜ ਦਾ ਮਾਲਕ ਹੈਗਾ, 5-7 ਏਕੜ ਦਾ ਮਾਲਕ ਹੈਗਾ, ਜੇ ਉਹਨੇ ਵੱਧ ਤੋਂ ਵੱਧ ਕੋਈ ਪੁਰਾਣੇ ਮਾਡਲ ਦੀ ਜਾਂ ਸੈਕਿੰਡ ਹੈਂਡ ਕੋਈ ਗੱਡੀ ਰੱਖੀ ਹੋਈ ਹੈ ਵਿਚਾਰੇ ਨੇ, ਕਿਉਂਕਿ ਅੱਜ ਜਿਹੜੀ ਇਹ 4 ਪਹੀਆ ਵਾਹਨ ਹੈ ਨਾ ਜਿਹੜਾ ਜੀ, ਬਹੁਤ ਇੱਕ ਜ਼ਰੂਰੀ ਬਣ ਚੁੱਕਾ, ਮਹੱਤਵਪੂਰਨ ਬਣ ਚੁੱਕਾ ਸਾਡੀ ਲਾਈਫ ਦਾ। ਕਿਉਂਕਿ ਜੇਕਰ ਮੰਨ ਲਓ ਕੋਈ ਬਿਮਾਰ ਸ਼ਮਾਰ ਹੋ ਗਿਆ, ਹਸਪੀਟਲ ਦੇ ਵਿੱਚ ਟਰਾਂਸਫਰ ਕਰਨਾ, ਇੱਧਰੋਂ ਉੱਧਰ ਲੈ ਕੇ ਜਾਣਾ, ਰੈਫਰ ਕਰਨਾ, ਤਾਂ ਉਹ ਜ਼ਰੂਰੀ ਬਣ ਗਿਆ। ਸੋ ਉਹਨਾਂ ਨੇ ਵਿਚਾਰਿਆਂ ਨੇ ਸੈਕਿੰਡ ਹੈਂਡ ਪੁਰਾਣੀਆਂ ਗੱਡੀਆਂ ਰੱਖੀਆਂ ਹੁੰਦੀਆਂ ਨੇ। ਪਰ ਤੁਸੀਂ ਵੇਖੋ ਚਲੇ ਗਏ ਗਾਇਕਾਂ ਵਾਲੇ ਪਾਸੇ, ਜਿਹੜੀ ਗਾਇਕਾਂ ਨੇ ਜਿਹੜੀ ਜਿੰਨੀ ਇਮੇਜ ਬਹੁਤ ਗਲਤ ਬਣਾ ਦਿੱਤੀ, ਥਾਰਾਂ ਜੋੜਤੀਆਂ, ਬੁਲਟ ਜਿਹੜੇ ਜੋੜਤੇ ਕਿਸਾਨਾਂ ਦੇ ਨਾਲ,
ਹੈ ਨਾ, ਜਿੰਨੇ ਮਤਲਬ ਮਾਰੂ ਹਥਿਆਰ ਸੀਗੇ, ਵੈਪਨ ਵਗੈਰਾ, ਪਿਸਟਲ ਤੇ ਵਗੈਰਾ, ਉਹਦੇ ਨਾਲ ਹੀ ਡਿਬੇਟ ਵਾਲਾ ਜਿਹੜਾ ਬੰਦਾ ਹੈ ਉਹ ਸ਼ਾਇਦ ਇਹਨਾਂ ਗੀਤਾਂ ਦੇ ਸਿਰ ਤੇ ਹੀ ਸਿਰ ਲੋਕਾਂ ਨੂੰ ਤੇ ਕਹੀ ਉਹ ਜਾਂਦਾ ਕਹਿ ਹੈ। ਰਿਹਾ ਸੀਗਾ। ਹਾਂਜੀ ਹਾਂ, ਹਾਂਜੀ, ਤੇ ਉਹ ਹਜੇ ਬਹੁਤ ਅਸੀਂ ਜ਼ਿਆਦਾ ਦੇਖੀ ਉਹ ਨਹੀਂ। ਖਿਲਾਫਤ ਬੋਲ ਹਾਂ। ਰਿਹਾ ਸੀ। ਮੈਂ ਉਹਨੂੰ ਗੁਜ਼ਾਰਿਸ਼ ਕਰਦੀ, ਵੀਰ ਮੇਰੇ, ਜੇਕਰ ਤੁਸੀਂ ਕਿਸਾਨੀ ਪਰਿਵਾਰ ਤੋਂ ਆ ਤੇ ਕਿਸਾਨਾਂ ਦੀਆਂ ਔਰਤਾਂ ਦੇ ਖਿਲਾਫ ਤੈਨੂੰ ਜਾਂ ਇੰਨਾ ਨਹੀਂ ਬੋਲਣਾ ਚਾਹੀਦਾ, ਕਿਉਂਕਿ ਕਦੇ ਧਰਨਿਆਂ ਦੇ ਵਿੱਚ ਗਰਾਊਂਡ ਜਾ ਕੇ ਲੈਵਲ ਤੇ ਦੇਖੋ, ਜਾ ਕੇ ਕਦੇ ਉਹਨਾਂ ਦੇਖ ਦੇ ਘਰ ਜਾ ਕੇ ਦੇਖੋ ਕਿਸ ਤਰੀਕੇ ਨਾਲ ਉਹਨਾਂ ਨੇ ਬੜੇ ਸਾਰਾ ਜਿਹੜੇ ਕੁਛ ਕੱਪੜੇ ਤੁਸੀਂ ਮਤਲਬ ਪਸੰਦ ਨਹੀਂ ਨਾ ਕਰਦੇ, ਜਿਹੜੇ ਰਿਜੈਕਟ ਕਰਦੇ ਹੋ, ਤੁਸੀਂ ਕਹਿੰਦੇ ਵੀ ਇਹ ਬ੍ਰਾਂਡ ਹੀ ਨਹੀਂ ਹੈਗਾ, ਉਹ ਵਿਚਾਰੇ ਉਹ ਉਹਨਾਂ ਨੂੰ ਬਿਲਕੁਲ brand ਦਾ ਸਸਤੇ ਤੋਂ ਪਤਾ ਹੀ ਨਹੀਂ। ਸਸਤਾ ਕੱਪੜਾ ਪਾਉਣ ਦੀ ਕੋਸ਼ਿਸ਼ ਕਰਦੀਆਂ ਨੇ ਕਰਦੇ। ਵਿਚਾਰੀਆਂ, ਉਹਨਾਂ ਨੂੰ ਪਤਾ ਹੀ ਨਹੀਂ ਹੈਗਾ, ਉਹਨਾਂ ਦੇ ਗੋਬਰ ਦੇ ਨਾਲ ਹੱਥ ਲਿਬੜੇ ਹੁੰਦੇ ਹਨ, ਬੜਾ ਉਹਨਾਂ ਦੀ ਡਿਊਟੀ ਇੰਨੀ, ਮੈਂ ਕਹਿੰਦੀ 24 ਘੰਟੇ ਬਹੁਤ ਤੁਸੀਂ ਸਖਤ ਕਹਿੰਦੇ ਹੈ। ਆ, ਸਿਰਫ ਤੇ ਸਿਰਫ ਉਹ 2-4 ਘੰਟੇ ਜਿਹੜੇ ਰਾਤ ਨੂੰ ਸੌਂਦੇ ਨੇ ਵਿਚਾਰੇ। ਉਹ ਵੀ ਚਿੰਤਾ ਫਿਕਰਾਂ ਦੀ ਨੀਂਦ ਹੁੰਦੀ ਹੈ, ਉਹ ਕਿਹੜਾ ਸਾਊਂਡ ਸਲੀਪ ਹੁੰਦੀ ਹੈ। ਬਿਲਕੁਲ ਬਿਲਕੁਲ, ਇਹ ਸਾਨੂੰ ਕਿਹਾ ਗਿਆ ਕਿ ਸਾਡਾ ਬਹੁਤ ਸਾਡੇ ਖਿਲਾਫ ਹੱਥ ਬੋਲਿਆ ਜਾਂਦਾ, ਉਹਦੇ ਬਾਰੇ ਤੁਸੀਂ ਗੱਲ ਕਰੋ, ਇਸ ਕਰਕੇ ਸਾਨੂੰ ਇਹ ਗੱਲ ਕਰਨੀ ਪਈ। ਇਹ ਭੁਲੇਖਿਆਂ 'ਚ ਨਾ ਰਹੋ ਕਿ ਵੀ ਜਿਹੜਾ ਕਿਸਾਨ ਆ ਉਹ ਬੜਾ ਜਿਹੜਾ ਲਗਜ਼ਰੀਅਸ ਜਿਹੜਾ ਲਾਈਫ ਹੈ ਜਿਉਂਦਾ, ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਕਦੇ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਦੇਖੋ ਤੁਸੀਂ, ਉੱਥੇ 2 ਹਾਂ, ਮਿੰਟ ਕੋਈ ਨਹੀਂ ਇੱਕ ਬੈਠ ਦੋ ਸਕਦੇ। ਘਰ ਹੋਣਗੇ 10 ਦੇ ਵਿੱਚੋਂ, ਕਹਿ ਸਕਦੇ ਆ, ਉਹ ਵੀ ਡਾਕਟਰ ਸਾਹਿਬ ਜਿਹੜੀ ਕਿਸੇ ਪਾਰਟੀ ਦੇ ਨਾਲ ਜਿਹੜੇ ਕਿਸੇ ਪਾਰਟੀ ਦੇ ਨਾਲ ਸੰਬੰਧਿਤ ਨਹੀਂ, ਜਾਂ ਕੋਈ ਜ਼ਿਆਦਾ 2 ਨੰਬਰ ਦਾ ਕੋਈ ਧੰਦਾ ਕਰਦਾ ਹੈ। ਕਿਉਂਕਿ ਗੈਰ ਜਿਹੜੀ ਆ ਉਹ ਕਣਕ 'ਚ ਹੀ ਹੁੰਦੀ ਹੈ। ਇੱਕ ਦੋ ਘਰ ਹੋ ਸਕਦੇ ਆ। ਦੂਰ ਨਾ ਜਾਓ। ਆ ਬੀਜੇਪੀ ਦਾ ਇੱਕ ਆਪਣੇ ਆਪ ਨੂੰ ਕਹਿੰਦਾ ਘੁੰਮਦਾ ਜਿਹੜਾ ਇੱਕ ਸਪੋਕਸਮੈਨ ਹੁੰਦਾ ਹੈ, ਉਹ ਵੀ ਤਾਂ ਕਹਿ ਰਿਹਾ। ਹਾਂ, ਹੁਣ ਉਹਦੇ ਕੋਲ ਲਗਜ਼ਰੀ ਕਾਰਾਂ ਨਹੀਂ, ਕਿਸ ਤਰੀਕੇ ਨਾਲ ਕਰੀਆਂ ਹੈਗੀਆਂ ਚੀਜ਼ਾਂ ਨਾ, ਤੁਸੀਂ ਉਹਨਾਂ ਲੋਕਾਂ ਨੂੰ ਨਹੀਂ ਫੜਦੇ ਹੈਗੇ। ਸੋ ਜਿਹੜੇ ਸਹੀ ਅਰਥਾਂ ਦੇ ਵਿੱਚ ਜਿਹੜੇ ਕਿਸਾਨ ਦੀ ਲਾਈਫ ਹੈ, 99% ਜਿਹੜਾ ਕਿਸਾਨ ਹੈ, ਉਹ ਇਸ ਤਰ੍ਹਾਂ ਦੀ ਲਗਜ਼ਰੀਅਸ ਲਾਈਫ ਜਿਉਣ ਬਾਰੇ ਵਿਚਾਰਾ ਸੁਪਨਾ ਵੀ ਨਹੀਂ ਲੈ ਸਕਦਾ, ਸੋਚ ਵੀ ਨਹੀਂ ਸਕਦਾ। ਬੜੀ ਟਫ ਲਾਈਫ, ਬਹੁਤ ਟਫ ਲਾਈਫ ਹੈ ਉਹਨਾਂ ਦੀ। ਸੋ ਦੇਖੋ ਤੁਸੀਂ ਹੁਣ ਜਿਸ ਤਰੀਕੇ ਦੇ ਨਾਲ ਪੂਰਾ ਪਰਿਵਾਰ ਸੜਕਾਂ ਤੇ, ਦੇਖੋ ਇੱਕ ਬੰਦਾ ਉਹਨਾਂ ਦਾ, ਇੱਕ ਜਾਂ ਤਾਂ ਔਰਤ ਘਰ ਹੈ ਜਾਂ ਕੋਈ ਬਜ਼ੁਰਗ ਘਰ ਹੈ, ਬਾਕੀ ਸਾਰਾ ਦਾ ਸਾਰਾ ਪਰਿਵਾਰ ਸਮੇਤ ਬੱਚਿਆਂ ਦੇ ਉਹ ਆਪਣੇ ਇਹਨਾਂ ਮੋਰਚਿਆਂ ਦੇ ਵਿੱਚ, ਧਰਨਿਆਂ ਦੇ ਵਿੱਚ ਬੈਠੇ ਨੇ। ਤਾਂ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਜਿਹੜਾ ਕਿਸਾਨ ਆ ਉਹ ਲਗਜ਼ਰੀਅਸ ਲਾਈਫ ਜਿਉਂਦਾ? ਜੋ ਲਗਜ਼ਰੀਅਸ ਲਾਈਫ ਜਿਉਂਦਾ ਹੋਵੇ ਤਾਂ ਉਹ ਇਹਨਾਂ ਧਰਨਿਆਂ 'ਚ ਜਾਵੇ ਹੀ ਨਾ, ਮੋਰਚਿਆਂ 'ਚ ਜਾਵੇ ਹੀ ਨਾ। ਉਹ ਕਹੇ ਕਿ ਮੈਨੂੰ ਕੀ ਲੋੜ ਹੈ, ਮੇਰੇ ਕੋਲ ਤਾਂ ਸਭ ਕੁਝ ਹੈਗਾ। ਲੇਕਿਨ ਨਹੀਂ, ਅਸਲੀਅਤ ਇਹ ਹੈ ਕਿ ਕਿਸਾਨ ਦੀ ਜਿਹੜੀ ਲਾਈਫ ਹੈ ਉਹ ਬਹੁਤ ਜ਼ਿਆਦਾ ਟਫ ਹੈ, ਬਹੁਤ ਜ਼ਿਆਦਾ ਸਖਤ ਹੈ, ਬਹੁਤ ਜ਼ਿਆਦਾ ਮੁਸ਼ਕਲ ਵਾਲੀ ਹੈ। ਉਹਦੇ ਤੇ ਤੁਸੀਂ ਇੱਕ ਤਰ੍ਹਾਂ ਨਾਲ, ਮੈਂ ਤਾਂ ਕਹਾਂਗੀ ਕਿ ਜਦੋਂ ਕੋਈ ਇਸ ਤਰ੍ਹਾਂ ਦੀ ਗੱਲ ਕਰਦਾ ਤਾਂ ਉਹਨਾਂ ਤੋਂ ਇੱਕ ਤਰ੍ਹਾਂ ਨਾਲ ਵਿਅੰਗ ਕਰਦਾ। ਕਿੰਤੂ ਪ੍ਰੰਤੂ ਬਹੁਤ ਕਰਦੇ ਹੋ। ਇਹ ਕਿੰਤੂ ਪ੍ਰੰਤੂ ਸਿਰਫ ਉਹਨਾਂ ਲੋਕਾਂ ਤੇ ਕਰੋ ਜਿਨ੍ਹਾਂ ਦੇ ਕਰਨ ਦੀ ਜ਼ਰੂਰਤ ਹੈ। ਵੀ ਸਾਰੀਆਂ ਜ਼ਿੰਮੇਵਾਰੀਆਂ ਕੇਵਲ ਕਿਸਾਨ ਦੀ, ਸਾਰੇ ਕੁਝ ਕਿਸਾਨ ਹੀ ਕਿਉਂ ਕਰੇ? ਕਿਸਾਨ ਕੁਝ ਸਹਿੰਦਾ ਹੈ ਤਾਂ ਉਹ ਸਹਿੰਦੇ ਨੂੰ ਥੋੜਾ ਬਹੁਤ ਆਪਣਾ ਲਾਈਫ ਸੁਧਾਰਨ ਦਾ ਹੱਕ ਹੈ ਕਿ ਨਹੀਂ? ਜੇ ਕੋਈ ਮੈਰਿਜ ਆਪਣੀ ਬੱਚੀ ਦੀ ਚੰਗੀ ਕਰ ਲੈਂਦਾ ਤਾਂ ਉਹ ਕਹਿੰਦੇ ਜੀ ਕਿਉਂ ਕਰੇ। ਵੈਸੇ ਕਿਸਾਨ ਵੀਰਾਂ ਨੂੰ ਸਾਡੀ ਗੁਜ਼ਾਰਿਸ਼ ਇਹੀ ਹੈ ਕਿ ਆਪਾਂ ਜਿਹੜਾ ਹੈਗਾ ਉਹ ਬਿਲਕੁਲ ਸਾਦੇਪਨ ਨੂੰ ਹੀ ਅਪਣਾਈਏ, ਕਿਉਂਕਿ ਜ਼ਿਆਦਾ ਖਰਚੇ ਦੇ ਅਸੀਂ ਵੀ ਹੱਕ ਵਿੱਚ ਨਹੀਂ ਹੈਗੇ। ਪਰ ਜਿਸ ਤਰੀਕੇ ਨਾਲ ਕਿਸਾਨ ਨੂੰ ਹਰ ਗੱਲ ਤੇ ਲਤਾੜਿਆ ਜਾ ਰਿਹਾ, ਅਸੀਂ ਨਹੀਂ ਆ, ਉਹਦੇ ਹੱਕ 'ਚ ਵੀ ਨਹੀਂ ਆ। ਸੋ ਕਿਸਾਨ ਵੀਰਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਆਪਣੀ ਚਾਦਰ ਦੇਖ ਕੇ ਪੈਰ ਪਸਾਰਨ, ਤੇ ਇਹਨਾਂ ਜਿਹੜੇ ਵੀਰ ਕਿਸਾਨਾਂ ਦੀ ਫੁਕਰਪੁਣੇ ਨੂੰ ਲੈ ਕੇ ਗੱਲਾਂ ਕਰਦੇ ਆ, ਉਹਨਾਂ ਨੂੰ ਵੀ ਗੁਜ਼ਾਰਿਸ਼ ਹੈ ਕਿ ਤੁਸੀਂ ਗਰਾਊਂਡ ਲੈਵਲ ਤੇ ਜਾ ਕੇ ਪਹਿਲਾਂ ਉਹਨਾਂ ਦੀ ਜ਼ਿੰਦਗੀ ਚੈੱਕ ਕਰੋ ਤੇ ਉਸ ਤੋਂ ਬਾਅਦ ਤੁਸੀਂ ਕੋਈ ਗੱਲ ਕਰਿਓ। ਡਾਕਟਰ ਸਾਹਿਬ, ਹੁਣੇ ਇੱਕ ਹੋਰ ਆਪਣੇ ਕੋਲ ਤਾਜ਼ਾ ਖਬਰ ਪਹੁੰਚੀ ਹੈ ਇੱਕ ਮੀਡੀਆ ਰਾਹੀਂ ਕਿ ਇਹ ਜਿਹੜਾ ਜੀ ਇਹ ਮੋਦੀ ਸਰਕਾਰ ਥੋੜਾ ਜਿਹਾ ਮੇਰੇ ਖਿਆਲ ਨਰਮ ਹੋਣ ਦੇ ਰੌਂ ਦੇ ਵਿੱਚ ਆਈ ਹੈ। ਤੋਮਰ ਸਾਹਿਬ ਦਾ ਬਿਆਨ ਸੁਣਿਆ ਸੀ ਹੁਣੇ, ਤਾਂ ਉਹ ਕਹਿ ਰਹੇ ਆ ਕਿ ਜਦੋਂ ਵੀ ਪੰਜਾਬ ਸਰਕਾਰ ਨੇ ਜਿਹੜੇ ਕਾਨੂੰਨ ਬਣਾਏ ਜਦੋਂ ਸਾਡੇ ਤੱਕ ਪਹੁੰਚਣਗੇ ਤਾਂ ਅਸੀਂ ਬੜੀ ਸੁਹਿਰਦਤਾ ਦੇ ਨਾਲ, ਗੰਭੀਰਤਾ ਦੇ ਨਾਲ ਇਹਨਾਂ ਤੇ ਵਿਚਾਰ ਕਰਾਂਗੇ। ਪਰ ਉਹ ਅੜੇ ਹੋਏ ਅਜੇ ਵੀ ਉਸ ਤੋਂ ਜੋ ਸੈਂਟਰ ਗਵਰਨਮੈਂਟ ਨੇ ਕਾਨੂੰਨ ਬਣਾ ਸਿਰਫ ਇਸ ਗੱਲ ਤੋਂ ਸਾਨੂੰ ਫਿਰ ਵੀ ਅਸੀਂ ਕਹਾਂਗੇ ਕਿ ਖੁਸ਼ ਨਹੀਂ ਹੋ ਜਾਣਾ ਚਾਹੀਦਾ, ਕਿਉਂਕਿ ਇਹਨਾਂ ਲੋਕਾਂ ਦੇ ਖਾਣ ਦੇ ਦੰਦ ਹੋਰ ਨੇ ਤੇ ਵਿਖਾਉਣ ਦੇ ਹੋਰ ਹੁੰਦੇ ਨੇ। ਤੇ ਜਦੋਂ ਇਹ ਸੁਹਿਰਦਤਾ ਨਾਲ ਜਾਂ ਗੰਭੀਰਤਾ ਨਾਲ ਵਿਚਾਰ ਕਰਨਗੇ ਉਹ ਤਾਂ ਮੌਕੇ ਤੇ ਦੇਖਿਆ ਜਾਏਗਾ। ਪਰ ਅਜੇ ਇੱਕ ਗੱਲ ਨੂੰ ਅਸੀਂ ਕਹਿ ਸਕਦੇ ਹਾਂ ਕਿ ਹੋ ਸਕਦਾ ਕਿ ਉਹਨਾਂ ਦੀਆਂ ਅੱਖਾਂ ਮਾੜੀਆਂ ਮੋਟੀਆਂ ਖੁੱਲਣ ਲੱਗੀਆਂ ਹੋਣ ਤੇ ਇੰਨੇ ਵੱਡੇ ਸੰਘਰਸ਼ ਦੇ ਬਾਅਦ ਜਦੋਂ ਇਹ ਕਾਨੂੰਨ ਉਹਨਾਂ ਦੇ ਕੋਲ ਜਾਣਗੇ ਤਾਂ ਹੋ ਸਕਦਾ ਇਹਦੇ ਤੇ ਉਹ ਵਿਚਾਰ ਕਰਨ। ਪਰ ਅਜੇ ਅਸੀਂ ਹੋ ਸਕਦਾ ਹੈ ਇਹੀ ਕਹਿ ਸਕਦੇ ਹਾਂ, ਕਨਫਰਮ ਨਹੀਂ ਕਹਿ ਸਕਦੇ। ਇੱਕ ਚੀਜ਼ ਹੋਰ ਆ ਡਾਕਟਰ ਸਾਹਿਬ ਕਿ ਜਿਸ ਧਰਤੀ ਤੋਂ ਇਹ ਸੰਘਰਸ਼ ਉੱਠਿਆ ਹੈ, ਪੰਜਾਬ ਦੀ ਧਰਤੀ ਤੋਂ, ਪੰਜਾਬ ਇੱਕ ਕਹਾਵਤ ਜੁੜੀ ਹੋਈ ਕਿ ਪੰਜਾਬ ਦੇ ਜੰਮਿਆਂ ਨੂੰ ਨਿੱਤ ਮਹਿਮਾ, ਤੇ ਜਿਹੜੇ ਨਿੱਤ ਮਹਿਮਾ ਦੇ ਵਿੱਚੋਂ ਨਿਕਲੇ ਹੋਣ, ਜਿਹੜੇ ਰੋਜ਼ ਹੀ ਜਿਹੜੇ ਮੋਰਚਿਆਂ ਦੇ ਵਿੱਚੋਂ ਹੀ ਉੱਠ ਕੇ ਖੜੇ ਹੁੰਦੇ ਹੋਣ, ਤੇ ਉਹਨਾਂ ਨੂੰ ਕਿਤੇ ਨਾ ਕਿਤੇ ਸਰਕਾਰਾਂ, ਆਪਾਂ ਗੱਲ ਵੀ ਕਰਦੇ ਹੁੰਦੇ ਹਾਂ ਕਿ
ਸਰਕਾਰਾਂ ਜਿੰਨੀਆਂ ਚਾਹੇ ਜ਼ਾਲਮ ਹੋਣ, ਜਿੰਨੀਆਂ ਤਾਕਤਵਰ ਹੋਣ, ਲੇਕਿਨ ਜਦੋਂ ਲੋਕ ਇਕੱਠੇ ਹੋ ਜਾਂਦੇ ਨੇ, ਜਦੋਂ ਲੋਕ ਲੋਕਾਂ ਸ਼ਕਤੀ ਦੇ ਅੱਗੇ ਉਹਨਾਂ ਨੂੰ ਝੁਕਣਾ ਹੀ ਪੈਂਦਾ। ਝੁਕਣਾ ਹੀ ਪੈਂਦਾ ਔਰ ਹੈ। ਇੱਕ ਗੱਲ ਪਰਮਵੀਰ ਮੈਂ ਹੋਰ ਇੱਥੇ ਇਸ ਆਪਣੇ ਮਾਧਿਅਮ ਦੇ ਰਾਹੀਂ ਕਹਿਣਾ ਚਾਹਾਂਗੀ ਕਿ ਜਿੰਨੀਆਂ ਵੀ ਆਪਣੀਆਂ ਕਿਸਾਨ ਜਥੇਬੰਦੀਆਂ, ਕਿਉਂਕਿ ਕਿਸਾਨ ਜਥੇਬੰਦੀਆਂ ਦਾ ਸਿਰਫ ਤੇ ਸਿਰਫ ਪੰਜਾਬ ਦੀਆਂ ਜਥੇਬੰਦੀਆਂ ਨਾਲ ਤਾਂ ਲਾਕਾ ਦੇਕਾ ਨਹੀਂ ਹੈ, ਜੀ ਉਹ ਪੂਰੇ ਭਾਰਤ ਦੀਆਂ ਜਥੇਬੰਦੀਆਂ ਨਾਲ ਸੰਬੰਧਿਤ ਹੈਗੇ ਨੇ। ਤਾਂ ਮੇਰੇ ਹਿਸਾਬ ਨਾਲ ਜੇ ਜਥੇਬੰਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਉਪਰਾਲਾ ਕਰਨ ਤਾਂ ਆਪਣੀਆਂ ਸਾਰੀਆਂ ਜਿਹੜੀਆਂ ਸਟੇਟਸ ਨੇ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੇ ਕਾਨੂੰਨ ਪਾਸ ਕਰਵਾਉਣ ਜੀ ਆਪਣੀਆਂ ਵਿਧਾਨ ਸਭਾਵਾਂ ਦੇ ਵਿੱਚ, ਹਾਂਜੀ, ਤਾਂ ਕਿ ਸਰਕਾਰ ਦੇ ਉੱਤੇ ਇੱਕ ਦੋ ਸਟੇਟਾਂ ਨਹੀਂ, ਤਕਰੀਬਨ ਸਾਰੀਆਂ ਜਿੰਨੀਆਂ ਵੀ ਖੇਤੀ ਨਾਲ ਸੰਬੰਧਿਤ ਸਟੇਟਸ ਹੈਗੀਆਂ, ਜੇ ਸਾਰੀਆਂ ਸਟੇਟਸ ਵਿੱਚੋਂ ਕਾਨੂੰਨ ਬਣ ਕੇ ਇਸ ਤਰ੍ਹਾਂ ਦੇ ਜਾਂਦੇ ਨੇ ਤਾਂ ਮੇਰੇ ਖਿਆਲ 'ਚ ਕੇਂਦਰ ਸਰਕਾਰ ਤੇ ਜ਼ਿਆਦਾ ਦਬਾਅ ਬਣੇਗਾ ਤੇ ਹੋ ਸਕਦਾ ਹੈ ਕਿ ਉਹ ਆਪਣੇ ਹੱਕ ਦੇ ਵਿੱਚ ਕੁਝ ਗੱਲ ਸੋਚ ਸਕਣ। ਹਾਂ ਬਿਲਕੁਲ ਦਰਸ਼ਕੋ, ਇੱਕ ਦੋ ਸਟੇਟਾਂ ਦੇ ਵਿੱਚ ਜੇ ਆਪਾਂ ਕਹੀਏ ਨਾ ਵੀ ਇਦਾਂ ਦੇ ਚਲੇ ਜਾਣ ਤਾਂ ਮੇਰੇ ਖਿਆਲ ਇੱਕ ਦੋ ਸਟੇਟਾਂ ਦੇ ਨਾਲ ਗੱਲ ਨਹੀਂ ਬਣਨੀ। ਇੱਕ ਦੋ ਈਵਨ ਦੈਨ ਕਿ 5-7 ਸਟੇਟਾਂ ਦੇ ਵਿੱਚ ਵੀ ਨਹੀਂ ਗੱਲ ਬਣਨੀ। ਤਾਂ ਬਹੁਮਤ ਜਿਹੜਾ ਹੈ ਜਿੰਨੀਆਂ ਸਟੇਟਸ ਹੈਗੀਆਂ ਉਹਨਾਂ ਦੇ ਵਿੱਚੋਂ ਬਹੁਮਤ ਘੱਟੋ ਘੱਟ 60% ਸਟੇਟਸ ਜਿਹੜੀਆਂ ਨੇ, ਜੇ ਉਹ ਇਸ ਤਰ੍ਹਾਂ ਦੇ ਮਤੇ ਪਾਸ ਕਰਕੇ ਜਾਂ ਕਾਨੂੰਨ ਪਾਸ ਕਰਕੇ ਕੇਂਦਰ ਤੱਕ ਪਹੁੰਚਾਉਂਦੀਆਂ ਨੇ ਤਾਂ ਮੇਰੇ ਖਿਆਲ 'ਚ ਸਾਡੀ ਜਿਹੜੀ ਜਿੱਤ ਹੋ ਸਕਦੀ ਹੈ। ਇਸ਼ਾਰਾ ਕਿਤੇ ਨਾ ਕਿਤੇ ਕੈਪਟਨ ਸਾਹਿਬ ਦਾ ਇਹ ਵੀ ਸੀਗਾ ਕਿ ਤੁਸੀਂ ਧਰਨੇ ਲਾਉਣੇ ਆ, ਬੇਸ਼ੱਕ ਲਾ ਲਓ, ਰੂਪਰੇਖਾ ਚੇਂਜ ਕਰ ਲਓ, ਬਿੱਲ ਪਾਸ ਕਰਕੇ। ਗਵਰਨਰ ਸਾਹਿਬ ਤੋਂ ਬਾਹਰ ਆ ਕੇ, ਜਦੋਂ ਗਵਰਨਰ ਹਾਊਸ ਤੋਂ ਬਾਹਰ ਆ ਕੇ ਜਦੋਂ ਉਹਨਾਂ ਦੇ ਨਾਲ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ, ਉਦੋਂ ਉਹਨਾਂ ਨੇ ਇਸ਼ਾਰਾ ਵੀ ਕੀਤਾ ਵੀ ਜੇ ਕਿਸਾਨਾਂ ਨੂੰ ਧਰਨੇ ਪਰ ਦੇਖ ਲਓ ਕਿ ਵੀ ਕੋਲਾ ਜਿਹੜਾ ਹੈਗਾ ਉਹ ਪਾਵਰ ਕਾਮ ਵਾਸਤੇ ਬਹੁਤ ਘੱਟ ਹੈ, ਔਰ ਮੇਰੇ ਖਿਆਲ ਇੱਕ ਥਰਮਲ ਪਲਾਂਟ ਤੇ ਕਹਿੰਦੇ ਉਹਨਾਂ ਨੇ ਬੰਦ ਵੀ ਕੀਤਾ। ਸੋ ਇਹ ਚੀਜ਼ਾਂ ਜਿਹੜੀਆਂ ਆਉਣਗੀਆਂ, ਮੈਨੂੰ ਕਿਤੇ ਨਾ ਕਿਤੇ ਇਸ਼ਾਰਾ ਇਹ ਲੱਗਦਾ ਕਿ ਪਹਿਲਾਂ ਉੱਥੇ ਜਾਣ ਤੋਂ ਕਿ ਕੀ ਬਣਦਾ, ਰਾਸ਼ਟਰਪਤੀ ਸਾਹਿਬ ਸਾਈਨ ਕਰਦੇ ਆ ਜਾਂ ਨਹੀਂ ਕਰਦੇ। ਤੇ ਮੇਰਾ ਖਿਆਲ ਕੈਪਟਨ ਸਾਹਿਬ ਚਾਹੁੰਦੇ ਹੋਣੇ ਕਿ ਉਦੋਂ ਪਹਿਲਾਂ ਜਿਹੜੇ ਇਹਨਾਂ ਦੇ ਧਰਨੇ ਕਿਸੇ ਖਤਮ ਕਰਵਾ ਦਿੱਤੇ ਜਾਣ। ਉਹ ਮੇਰੇ ਖਿਆਲ ਉਹ ਵੀ ਇਹ ਚਾਹੁੰਦੇ ਨੇ, ਪਰ ਲੁਕਵੇਂ ਢੰਗ ਦੇ ਵਿੱਚ ਉਹ ਕਿਤੇ ਨਾ ਕਿਤੇ ਕਾਰਪੋਰੇਟ ਘਰਾਣਿਆਂ ਦੀ ਹਮਾਇਤ ਕਰਦੇ ਪ੍ਰਤੀਤ ਹੁੰਦੇ ਨੇ। ਸੋ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਪਰ ਜਥੇਬੰਦੀਆਂ ਨੂੰ ਅਜੇ ਕਨਫਰਮ ਹੋ ਜਾਣਾ ਚਾਹੀਦਾ ਕਿ ਸਾਡਾ ਸੰਘਰਸ਼ ਲੰਬਾ ਹੀ ਜਾਣ ਵਾਲਾ। ਜਥੇਬੰਦੀਆਂ ਦੇ ਕੀ ਰਿਐਕਸ਼ਨ ਆ ਡਾਕਟਰ ਸਾਹਿਬ? ਜਥੇਬੰਦੀਆਂ ਵੀ ਵੈਸੇ ਅੰਦਰੋਂ ਅੰਦਰੀ ਸਮਝ ਚੁੱਕੀਆਂ ਨੇ। ਕਿਸਾਨਾਂ ਨੇ, ਕਈ ਕਿਸਾਨ ਜਥੇਬੰਦੀਆਂ ਨੇ ਇਹ ਗੱਲ ਕਹੀ ਹੈ ਕਿ ਤੇਰਾ ਹੀ ਦਰੁਸਤ ਆਏ, ਜਿੰਨੀ ਵੀ ਗੱਲ ਉਹਨਾਂ ਨੇ ਕੀਤੀ ਹੈ, ਸਰਕਾਰ ਨੇ ਕੱਲ ਕੀਤੀ, ਉਹਦੇ ਵਾਸਤੇ ਉਹ ਸਹੀ ਨੇ, ਉਹਨੂੰ ਵਾਸਤੇ ਠੀਕ ਕਹਿ ਰਹੇ ਨੇ ਕਿ ਠੀਕ ਕੀਤਾ, ਲੇਕਿਨ ਅਜੇ ਵੀ ਉਹਨਾਂ ਦੇ ਦਿਲ 'ਚ ਜੋ ਆਪਣੇ ਵਾਲਾ ਖਦਸ਼ਾ ਹੈ ਉਹਨਾਂ ਦੇ ਦਿਲ 'ਚ ਵੀ ਹੈਗਾ ਤੇ ਉਹ ਕਹਿ ਰਹੇ ਨੇ ਕਿ ਨਹੀਂ, ਅਜੇ ਅਸੀਂ ਧਰਨੇ ਨਹੀਂ ਚੁੱਕਾਂਗੇ ਕਿਉਂਕਿ ਅਜੇ ਸੰਘਰਸ਼ ਸਾਡਾ ਬਹੁਤ ਲੰਬਾ ਜਾਣ ਵਾਲਾ। ਬਿਲਕੁਲ, ਜੋ ਕਹਿੰਦੇ ਨੇ ਕਵੇਲੇ ਦੀਆਂ ਟੱਕਰਾਂ ਤੇ ਵੇਲੇ ਦੀ ਨਮਾਜ਼ ਕਵੇਲੇ ਦੀਆਂ ਤੇ ਸੋ ਇਸ ਕਰਕੇ ਕਵੇਲੇ ਦੀਆਂ ਟੱਕਰਾਂ, ਜੇਕਰ ਵੇਲੇ ਸਿਰ ਨਮਾਜ਼ ਪੜ੍ਹ ਲਈ ਜਾਂਦੀ ਤਾਂ ਮੇਰੇ ਖਿਆਲ ਉਹਦਾ ਬਹੁਤ ਜ਼ਿਆਦਾ ਅਸਰ ਹੋਣਾ ਸੀ। ਕਹਿਣ ਦਾ ਭਾਵ ਸੀ ਕਿ ਜਦੋਂ ਆਰਡੀਨੈਂਸ ਪਤਾ ਹੀ ਲੱਗਾ ਸੀਗਾ ਕੋਈ ਆ ਰਹੇ ਨੇ, ਉਸੇ ਵੇਲੇ ਉੱਠ ਖੜੇ ਹੋਣਾ ਚਾਹੀਦਾ ਸੀ। ਤੇ ਬਾਕੀ ਮੇਰੇ ਖਿਆਲ ਸਰਕਾਰਾਂ ਨੂੰ ਇਸ ਤਰੀਕੇ ਭੁਲੇਖੇ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਕਿ ਕਿਸਾਨ ਜਿਹੜੇ ਆ ਸ਼ਾਇਦ ਪਹਿਲਾਂ ਵਰਗੇ ਨੇ ਨਹੀਂ, ਕਿਸਾਨ ਜਿਹੜੇ ਹੈਗੇ ਨੇ ਤੇ ਨਾਲੇ ਕਿਸਾਨ ਹੀ ਤਾਂ ਦੇਸ਼ ਦੀ ਰੀੜ੍ਹ ਦੀ ਹੱਡੀ ਨੇ। ਬਿਲਕੁਲ ਜੀ, ਜੇ ਰੀੜ੍ਹ ਦੀ ਹੱਡੀ ਹੀ ਟੁੱਟ ਜਾਂਦੀ ਹੈ ਤੇ ਬੰਦਾ ਉੱਠ ਨਹੀਂ ਸਕਦਾ। ਬਿਲਕੁਲ। ਤੇ ਜੇ ਕਿਸਾਨਾਂ ਨੂੰ ਮਾਰ ਦੇਣਗੇ ਤਾਂ ਕਿਵੇਂ ਉੱਠਣਗੇ? ਡਾਕਟਰ ਸਾਹਿਬ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਸੰਘਰਸ਼ ਤਾਂ ਬਹੁਤ ਵੱਡਾ ਸੀ, ਬਹੁਤ ਵੱਡਾ, ਬੜਾ ਮਤਲਬ ਇੱਕ ਤਰ੍ਹਾਂ ਨਾਲ ਪੂਰੀ ਦੁਨੀਆ ਨੂੰ ਸੋਚਣ ਤੇ ਮਜਬੂਰ ਕਰ ਦਿੱਤਾ। ਇਸ ਤਰ੍ਹਾਂ ਜਿਸ ਤਰੀਕੇ ਨਾਲ ਏਕੀਕਰਨ ਹੋਇਆ, ਜਿਸ ਤਰ੍ਹਾਂ ਨਾਲ ਇਕੱਤਰਤਾ ਹੋਈ ਆ, ਇੱਕ ਮੁੱਦਾ ਇੱਕ ਹੈ, ਭਾਵੇਂ ਕਿ ਵੱਖ-ਵੱਖ ਧਰਨੇ ਵੱਖ-ਵੱਖ ਨੇ, ਮੋਰਚੇ ਵੱਖ-ਵੱਖ ਨੇ, ਪਰ ਮੁੱਦਾ ਸਾਰਿਆਂ ਦਾ ਇੱਕ। ਜਦੋਂ ਤੁਸੀਂ ਗੱਲ ਕਰਦੇ ਹੋ ਨਾ ਜਾ ਕੇ, ਭਾਵੇਂ ਕਿ ਸਾਡੇ ਬਹੁਤੇ ਸਿਆਣੇ ਪੱਤਰਕਾਰ ਜਿਹੜੇ ਮਾਈਕ ਲੈ ਕੇ ਉਹਨਾਂ ਦੇ ਮੂੰਹ 'ਚ ਗੱਲ ਪਾਉਣ ਦੀ ਕੋਸ਼ਿਸ਼ ਕਰਦੇ, ਜੀ ਤੁਸੀਂ ਉਹਨਾਂ ਨੂੰ ਪਰ ਜਿਹੜਾ ਨਾ ਜਵਾਬ ਬੜੇ ਹੁੰਦੇ ਆ ਸੰਤੁਸ਼ਟੀ, ਜਾਨੀ ਕਿ ਦੇਖੋ ਜੀ ਮੁੱਦਾ ਸਾਡਾ ਇੱਕੋ ਹੀ। ਗੱਲ ਤਾਂ ਸਹੀ ਹੈ ਕਿ ਕੋਈ ਕਿਸੇ ਪਲੇਟਫਾਰਮ ਤੋਂ ਲੜ ਰਿਹਾ, ਕੋਈ ਕਿਸੇ ਪਲੇਟਫਾਰਮ ਤੋਂ ਲੜ ਰਿਹਾ, ਵਿਚਾਰਧਾਰਾ ਦੀ ਵੱਖ ਹੋ ਸਕਦੀ ਹੈ, ਲੇਕਿਨ ਪੱਤਰਕਾਰਾਂ ਨੂੰ ਪੁਰਜ਼ੋਰ ਅਪੀਲ ਹੈ ਕਿ ਤੁਸੀਂ ਇਸ ਤਰੀਕੇ ਦੀ ਪੱਤਰਕਾਰੀ ਤੋਂ ਪਰਹੇਜ਼ ਕਰਿਆ ਕਰੋ, ਠੀਕ ਹੈ। ਸੋ ਪਾੜੋ ਤੇ ਰਾਜ ਕਰੋ ਵਾਲੀ ਨੀਤੀ ਨੂੰ ਤੁਸੀਂ ਜਿਹੜਾ ਨਾ ਉਹ ਸਿਰਫ ਉਹਦੇ ਥਿਊਰੀ ਪੜ੍ਹੀ ਆ, ਉਹਨੂੰ ਜਿਹੜਾ ਪ੍ਰੈਕਟੀਕਲ ਜਦੋਂ ਹੁੰਦਾ ਨਾ ਤੇ ਬੜਾ ਉਹਦਾ ਦੁੱਖ ਹੁੰਦਾ ਹੈ, ਬਹੁਤ ਜ਼ਿਆਦਾ ਉਹਦੇ ਖਮਿਆਜ਼ੇ ਭੁਗਤਣੇ ਪੈਂਦੇ ਨੇ। ਤੇ ਤੁਸੀਂ ਇਹ ਨਾ ਸਮਝੋ ਕਿ ਵੀ ਅੱਜ TRP ਦੇ ਚੱਕਰ ਦੇ ਵਿੱਚ ਅਸੀਂ ਜੋ ਸਾਨੂੰ ਚੰਗਾ ਲੱਗਦਾ ਕਰੀ ਜਾਈਏ, ਨਹੀਂ ਕੱਲ ਮੂੰਹ 'ਚ ਗੱਲ ਪਾਉਣ ਦੀ ਕੋਸ਼ਿਸ਼ ਨਾ ਕਰੋ। ਬਿਲਕੁਲ, ਕੱਲ ਨੂੰ ਆਉਣ ਵਾਲੇ ਜਿਹੜੀਆਂ ਅੱਖਾਂ ਦੁਖਣਗੀਆਂ ਤੇ ਫਿਰ ਅੱਗੇ ਕੋਈ ਪੱਟੀਆਂ ਬਣਨ ਵਾਲਾ ਨਹੀਂ ਹੋਏਗਾ। ਸੋ ਚੀਜ਼ਾਂ ਸਾਰੀਆਂ ਮੀਡੀਆ ਨੂੰ ਵੀ ਸੋਚਣੀਆਂ ਬਣਦੀਆਂ ਨੇ। ਬਾਕੀ ਜਿਹੜੀ ਗੱਲ ਰਹੀ ਡਾਕਟਰ ਸਾਹਿਬ ਕਿ
ਇਹ ਤਾਂ ਹੋ ਗਈ ਕਿਸਾਨਾਂ ਦੀ ਗੱਲ ਕਿ ਜਿਹੜੇ ਆਰਡੀਨੈਂਸ ਦੀ ਤੇ ਫਿਰ ਕਿਸਾਨਾਂ ਨੂੰ ਕਿਸ ਤਰੀਕੇ ਨਾਲ ਇਹਦਾ ਬੈਨੀਫਿਟ ਹੈ ਜਾਂ ਨਾ ਹੈ, ਆਉਣ ਵਾਲਾ ਸਮਾਂ ਦੱਸਣਗੇ। ਇੱਕ ਉੱਥੇ ਮੈਂ ਹੋਰ ਗੁਜ਼ਾਰਿਸ਼ ਕਰਨਾ ਚਾਹੁੰਦੀ ਹਾਂ ਬਾਰ-ਬਾਰ ਕਿਸਾਨ ਜਥੇਬੰਦੀਆਂ ਨੂੰ ਕਿ ਉਹ ਕੇਵਲ ਐਮਐਸਪੀ ਦਾ ਹੀ ਰੌਲਾ ਨਾ ਪਾਉਣ ਇਸੇ ਦੀ, ਕਿਉਂਕਿ ਸਾਡੇ ਐਮਐਸਪੀ ਇੱਕ ਰਿਆਇਤ ਕਹੀ ਜਾ ਸਕਦੀ ਆ, ਉਹ ਮਤਲਬ ਸਾਡਾ ਹੱਕ ਨਹੀਂ ਹੈ, ਤੁਹਾਡੇ ਜਿਹੜੇ ਹੱਕ ਨੇ ਉਹਨਾਂ ਦੀ ਗੱਲ ਜ਼ਿਆਦਾ ਕਰੋ। ਬਿਲਕੁਲ ਜਿਵੇਂ ਆਪਣੀ ਸਵਾਮੀਨਾਥਨ ਰਿਪੋਰਟ ਹੈ, ਹਾਂ ਬਿਲਕੁਲ ਉਸ ਨੂੰ ਪੂਰੀ ਤਰ੍ਹਾਂ ਲਾਗੂ ਕਰਵਾਉਣ ਦੀ ਗੱਲ ਕਰੋ। ਉਹ ਕਿਸਾਨ ਵੀਰੋ ਜਿਹੜੀ ਸਵਾਮੀਨਾਥਨ ਰਿਪੋਰਟ ਹੈ ਨਾ, ਜੇਕਰ ਉਹ ਤੁਸੀਂ ਨਹੀਂ ਪੜ੍ਹੀ ਤਾਂ ਕਿਰਪਾ ਕਰਕੇ ਉਹ ਜ਼ਰੂਰ ਪੜ੍ਹੋ, ਜਾਂ ਕਿਸੇ ਤੁਹਾਡੇ ਇੰਨੇ ਪੜ੍ਹੇ ਲਿਖੇ ਲੀਡਰ ਨੇ ਤੁਹਾਡੇ ਆਪਣੇ ਤੁਹਾਡੇ ਵਿੱਚ ਇੰਨੀ ਨੌਜਵਾਨ ਪੜ੍ਹੇ ਲਿਖੇ ਬੈਠੇ ਨੇ ਯੂਨੀਵਰਸਿਟੀਆਂ ਦੇ ਕਾਲਜਾਂ ਦੇ, ਉਹਨਾਂ ਤੋਂ ਚੰਗੀ ਤਰ੍ਹਾਂ ਸਮਝ ਲਓ। ਨੈਟ ਦੇ ਉੱਪਰ ਪਈ ਆ, ਤੁਸੀਂ ਚੰਗੀ ਤਰ੍ਹਾਂ ਸਮਝ ਲਓ ਤੇ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਸਵਾਮੀਨਾਥਨ ਦੀ ਰਿਪੋਰਟ ਜਿਹੜੀ ਹੈਗੀ ਆ, ਤੁਸੀਂ ਫਿਰ ਸਭ ਕੁਝ ਛੱਡ ਕੇ ਇੱਕ ਪਾਸੇ ਹੀ ਹੋ ਜਾਓਗੇ ਕਿ ਵੀ ਸਵਾਮੀਨਾਥਨ ਦੀ ਰਿਪੋਰਟ ਜਿਹੜੀ ਆ ਉਹ ਲਾਗੂ ਕਰਾਉਣੀ ਲਾਜ਼ਮੀ ਬਣ ਜਾਣੀ ਆ। ਸੋ ਇਸ ਕਰਕੇ ਬਾਰ-ਬਾਰ ਅਸੀਂ ਇਸ ਮਾਧਿਅਮ ਰਾਹੀਂ ਅਪੀਲ ਕਰ ਰਹੇ ਹਾਂ ਕਿ ਬਿਲਕੁਲ ਜੀ ਸਵਾਮੀਨਾਥਨ ਵਾਲੀ ਰਿਪੋਰਟ ਜਿਹੜੀ ਹੈਗੀ ਆ ਉਹ ਵੀ ਨਾਲ ਲਾਗੂ ਕਰਾਉਣ ਦੇ ਲਈ ਤੁਸੀਂ ਪ੍ਰੈਸ਼ਰ ਪਾਓ, ਇਹ ਨਾ ਭੁੱਲਿਓ। ਤੇ ਬਾਕੀ ਮਸਲੇ ਤਾਂ ਹੋਰ ਵੀ ਬਹੁਤ ਨੇ, ਪੰਜਾਬ ਦੇ ਪਾਣੀਆਂ ਦਾ ਮਸਲਾ, ਪੰਜਾਬੀ ਮਾਂ ਬੋਲੀ ਦਾ ਮਸਲਾ ਹੈ, ਪੰਜਾਬੀ ਅਕੀਦੇ ਦਾ, ਪੰਜਾਬ ਦੀ ਜਿਹੜੀ ਸਿਧਾਂਤ ਸਾਨੂੰ ਗੁਰੂ ਨਾਨਕ ਸਾਹਿਬ ਨੇ ਦਿੱਤੀ ਉਹਦਾ ਬੜੇ ਵੱਡੇ ਮਸਲੇ ਨੇ ਸਾਡੇ ਕੋਲ। ਤੇ ਕੁੱਲ ਮਿਲਾ ਕੇ ਜੇਕਰ ਅਸੀਂ ਕੋਸ਼ਿਸ਼ ਕਰੀਏ ਕਿਉਂਕਿ ਵਾਰ-ਵਾਰ ਲੜਾਈਆਂ ਜਿਹੜੀਆਂ ਨਹੀਂ ਸੰਘਰਸ਼ ਨਹੀਂ ਵਿੱਢੇ ਜਾਂਦੇ, ਇਹਦੇ ਵਿੱਚ ਹੁਣ ਅਸੀਂ ਸਭ ਕੁਝ ਜਿਹੜਾ ਜੇ ਕੋਸ਼ਿਸ਼ ਕਰੀਏ ਤਾਂ ਲੈ ਸਕਦੇ। ਤੇ ਹੋਰ ਵੀ ਵੇਖੋ ਸਾਡੇ ਜਿਹੜੇ ਹੈਗੇ ਆ ਬੇਗੁਨਾਹ ਬੱਚੇ ਸਾਡੇ, ਉਹ ਪਤਾ ਨਹੀਂ ਕਿਹੜੀਆਂ ਨਜਾਇਜ਼ ਧਾਰਾਵਾਂ ਦੇ ਤਹਿਤ ਬਿਨਾਂ ਵਜ੍ਹਾ ਉਹ ਜੇਲ੍ਹਾਂ ਦੇ ਵਿੱਚ ਸਜ਼ਾ ਭੁਗਤ ਰਹੇ, ਸਾਨੂੰ ਉਹ ਵੀ ਗੱਲ ਕਰਨੀ ਬਣਦੀ ਹੈ। ਤੇ ਇਹ 2-3 ਜਿਹੜੇ ਸਾਡੀਆਂ ਅਪੀਲਾਂ ਹੈਗੀਆਂ ਸੀ, ਜਿਹੜੇ ਸਾਡੇ ਕੈਦ ਪੂਰੀ ਕਰ ਚੁੱਕੇ ਆ ਰਾਜਨੀਤਿਕ, ਬਿਲਕੁਲ। ਤੇ ਕਿਸਾਨ ਜੇ ਅਸੀਂ ਇਹ ਕਹਿ ਕੇ ਪਾਲਾ ਵੱਟ ਲਈ ਕਿ ਨਹੀਂ ਕਿ ਸਾਡਾ ਕਿਸਾਨੀ ਮੁੱਦਾ ਨਹੀਂ, ਅਸੀਂ ਕਿਉਂਕਿ ਦੇਖੋ ਪੰਜਾਬ ਦਾ ਮੁੱਦਾ ਹਰੇਕ ਮੁੱਦਾ ਪੰਜਾਬੀ ਦਾ ਮੁੱਦਾ। ਸੋ ਇਸ ਕਰਕੇ ਜੇ ਇੱਕ ਅਪੀਲ ਮੈਂ ਉਹਨਾਂ ਵੀਰਾਂ ਨੂੰ ਕਰਨਾ ਚਾਹੂੰਗੀ ਜਿਹੜੇ ਸੈਲੀਬ੍ਰਿਟੀਜ਼ ਨੇ ਜਾਂ ਹੋਰ ਵੀ ਕਿਸੇ ਪਾਰਟੀ ਦੇ ਨਾਲ ਸੰਬੰਧਿਤ ਨਹੀਂ, ਉਹ ਬਾਰ-ਬਾਰ ਕਿਸਾਨਾਂ ਦਾ ਮੁੱਦਾ ਕਰਦੇ ਰਹਿੰਦੇ ਨੇ ਕਿ ਭਾਈ ਤੁਸੀਂ ਕਿੱਥੋਂ ਆਏ, ਕਿਸਾਨ ਦਾ ਤੁਸੀਂ ਵੀ ਤੇ ਕਿਸਾਨ ਉੱਦਾਂ ਅਸੀਂ ਕਿਸਾਨ ਹਾਂ, ਤੈਸ਼ੀਆਂ ਕਿਸਾਨਾਂ ਦੇ ਘਰਾਂ ਦੇ ਕਿਸਾਨਾਂ ਦੇ ਪੁੱਤਰ ਹੈ। ਤੇ ਬਾਕੀ ਇੱਕ ਡਾਕਟਰ ਸਾਹਿਬ ਹੋਰ ਇੱਥੇ ਮੈਂ ਜਿਹੜੀ ਮੇਨ ਗੱਲ ਕਰਨੀ ਸੀ ਉਹ ਇਹ ਸੀ ਕਿ ਜਿਸ ਤਰੀਕੇ ਦੇ ਨਾਲ ਕੱਲ ਵਿਧਾਨ ਸਭਾ ਦੇ ਵਿੱਚ ਸੈਸ਼ਨ ਦੇ ਵਿੱਚ ਸ਼ਾਮਲ ਹੋਏ ਵੱਖ-ਵੱਖ ਤਰੀਕਿਆਂ ਦੇ ਨਾਲ ਡਰਾਮੇਬਾਜ਼ੀਆਂ ਕਰਦੇ, ਟਰੈਕਟਰਾਂ ਦੇ ਚੜ੍ਹ ਕੇ ਜਿਹੜਾ ਹਵਾਈ ਜਹਾਜ਼ਾਂ ਤੇ ਚੜ੍ਹਨ ਵਾਲੇ ਸੁਣਿਆ, ਪਰ ਬੀਬਾ ਬਾਦਲ ਦੇ ਕੋਲ ਤਾਂ ਆਪਣਾ ਜਹਾਜ਼ ਆ, ਟਰੈਕਟਰ ਤੇ ਵੈਸੇ ਵੇਖ ਲਓ ਵੀ ਇਹ ਲੋਕ ਸ਼ਕਤੀ ਆ, ਸਟੰਟਬਾਜ਼ ਉਹ ਤਾਂ ਸਟੰਟਬਾਜ਼ ਉਹ ਜਹਾਜ਼ਾਂ ਤੋਂ ਉਤਾਰ ਹੀ ਦਿੱਤੇ। ਲੋਕ ਸ਼ਕਤੀ ਦੇਖੋ ਅਜੇ ਤਾਂ ਇਹਦਾ ਟਰਾਇਲ ਲੋਕ ਸ਼ਕਤੀ ਦਾ ਨਾ, ਜਦੋਂ ਪੂਰੀ ਤਰ੍ਹਾਂ ਲੋਕ ਸ਼ਕਤੀ ਖੜੀ ਹੋ ਗਈ ਤਾਂ ਤੁਹਾਡਾ ਹਾਲ ਕੀ ਹੋਊਗਾ। ਸੋ ਇਹ ਤੁਹਾਨੂੰ ਸੋਚਣਾ ਬਣਦਾ, ਜਿੰਨੀਆਂ ਵੀ ਰਾਜਸੀ ਪਾਰਟੀਆਂ ਹੈਗੀਆਂ ਨੇ, ਸੋ ਲੋਕ ਹਿੱਤਾਂ ਨੂੰ ਆਪਣੇ ਆਪ ਨੂੰ ਲੋਕ ਹਿੱਤੂ ਬਣਾਓ, ਤੁਸੀਂ ਲੋਕ ਹਿੱਤੂ ਬਣਾਓ, ਨਾ ਕਿ ਦੇਖੋ ਕੁਰਸੀਆਂ ਤਾਂ ਆਉਂਦੀਆਂ ਰਹਿੰਦੀਆਂ ਜਾਂਦੀਆਂ ਪਰਮਾਨੈਂਟ ਹੀ ਤੁਸੀਂ ਕੁਰਸੀਆਂ ਦੇ ਨਾਲ ਚਿਪਕੇ ਨਹੀਂ ਰਹਿਣਾ, ਕੱਲ ਨੂੰ ਫਿਰ ਤੁਹਾਡੇ ਜੁੱਤੀਆਂ ਦੇ ਹਾਰ ਗਲਾਂ ਦੇ ਵਿੱਚ ਪੈਣਗੇ। ਤੋ ਸੋ ਇਸ ਕਰਕੇ ਤੁਸੀਂ ਥੋੜਾ ਜਿਹਾ ਹੁਣੇ ਸਮਝ ਜਾਓ, ਲੋਕ ਸ਼ਕਤੀ ਦੇ ਅੱਗੇ ਕੁਰਸੀ ਦੀ ਸ਼ਕਤੀ ਕੁਛ ਵੀ ਨਹੀਂ ਹੁੰਦੀ। ਤੇ ਜੇ ਲੋਕ ਸ਼ਕਤੀ ਸੀ ਜਿਹਨੇ ਕੱਲ ਟਰੈਕਟਰਾਂ ਤੇ ਬਿਠਾ ਦਿੱਤੇ, ਦੇਖੋ ਹਨਾ ਹੈਲੀਕਾਪਟਰਾਂ ਤੇ ਚੜ੍ਹਨ ਵਾਲੇ, ਹਵਾਈ ਜਹਾਜ਼ਾਂ ਤੇ ਚੜ੍ਹਨ ਵਾਲੇ, ਰੈਸਟੋਰੈਂਟਾਂ ਦੇ ਰਹਿਣ ਵਾਲੇ, ਇੱਕ ਹੋਰ ਬੜਾ ਡਰਾਮਾ ਹੋਇਆ ਮੈਨੂੰ ਤਾਂ ਡਰਾਮਾ ਲੱਗਦਾ ਵੀ ਪਤਾ ਨਹੀਂ ਲੋਕ ਸਹਿਮਤ ਹੋਣਗੇ ਨਹੀਂ। ਆਮ ਆਦਮੀ ਪਾਰਟੀ ਨੇ ਦੇਖੋ ਪ੍ਰੋਟੈਸਟ ਕੀਤਾ ਤੇ ਕਹਿੰਦੇ ਉੱਥੇ ਫੋਟੋ ਜਾਰੀ ਹੋਈਆਂ ਦੇਖੀਆਂ ਵੀਡੀਓ ਦੇ ਉੱਪਰ, ਉਹ ਸੋਫਿਆਂ ਦੇ ਸੁੱਤੇ ਪਏ ਸੀ। ਇਹ ਪ੍ਰੋਟੈਸਟ ਉਹ ਧਰਨਾ ਲਾਇਆ ਸੀ ਤੁਸੀਂ, ਜੇ ਰਾਤ ਤੁਸੀਂ ਉੱਥੇ ਕੱਟੀ ਵੀ ਸੀ ਅੰਦਰ ਵਿਧਾਨ ਸਭਾ ਦੇ, ਤਾਂ ਤੁਸੀਂ ਤਾਂ ਮੌਜ ਨਾਲ ਸੋਫਿਆਂ ਦੇ ਉੱਤੇ ਸੁੱਤੇ ਹੋਏ ਸੀ। ਤੇ ਉਹ ਤੁਹਾਡਾ ਪ੍ਰੋਟੈਸਟ ਕੀ ਕਹਿੰਦਾ, ਇਹ ਪ੍ਰੋਟੈਸਟ ਫਿਰ ਕਿਸਾਨਾਂ ਦਾ ਪ੍ਰੋਟੈਸਟ ਨੂੰ ਕੀ ਕਹੋਗੇ ਤੁਸੀਂ? ਉਹ ਵਿਚਾਰੇ ਰਾਤ ਭਰ ਬਾਹਰ ਰੋਡ ਦੇ ਉੱਤੇ ਰੇਲਵੇ ਟਰੈਕਾਂ ਦੇ ਉੱਤੇ ਬੈਠੇ ਰਹਿੰਦੇ। ਸੋ ਬੜੀਆਂ ਨਾ ਇੱਕ ਹਾਸੋਹੀਣੀਆਂ ਜਿਹੀਆਂ ਗੱਲਾਂ ਕਰਦੀਆਂ, ਬੜੇ ਮਜ਼ਾਕੀਆ ਜਿਹੇ ਕਿਸਮ ਦੇ ਡਰਾਮੇ ਜਿਹੜੇ ਇਹਨਾਂ ਨੇ ਪਾਰਟੀਆਂ ਨੇ ਕੀਤੇ ਆ, ਜਿਹੜੇ ਮਤਲਬ ਮੇਰਾ ਨਹੀਂ ਖਿਆਲ ਇਹਨਾਂ ਨੂੰ ਕਿਤੇ ਸੋਭਦੇ ਹੋਣਗੇ। ਭਾਈ ਗੱਲ ਇੱਥੇ ਮੁੱਕਦੀ ਹੈ ਕਿ ਡਰਾਮੇ ਚਾਹੇ ਜਿੰਨੇ ਮਰਜ਼ੀ ਕਰ ਲਓ, ਜਿੰਨੇ ਮਰਜ਼ੀ ਤੁਸੀਂ ਸੋਨੇ ਦੇ ਬਣ ਕੇ ਦਿਖਾਈ ਜਾਓ, ਜੋ ਕੁਝ ਤੁਸੀਂ ਲੋਕਾਂ ਦੇ ਨਾਲ ਕੀਤਾ ਉਹ ਸਭ ਨੂੰ ਪਤਾ,
ਉਹ ਹੁਣ ਉਹ ਦੇਣੇ ਦੇ ਲੈਣੇ ਪੈ ਰਹੇ ਨੇ, ਸੋ ਉਹ ਲੈਣੇ ਦੇ ਸੌਰੀ ਦੇਣੇ ਪੈ ਰਹੇ ਨੇ। ਉਹ ਇਸ ਕਰਕੇ ਤੁਹਾਨੂੰ ਲੋਕ ਜਿਹੜੇ ਆ ਮਤਲਬ ਜਾਣ ਚੁੱਕੇ ਆ, ਜਾਣ ਚੁੱਕੇ ਆ, ਅੰਦਰ ਤੱਕ ਅੰਦਰ ਤੱਕ ਪਛਾਣ ਤੁਹਾਡੀ ਚੁੱਕੇ ਆ। ਪਹਿਚਾਣ ਕਰ ਚੁੱਕੇ ਨੇ। ਸੋ ਇਸ ਕਰਕੇ ਤੁਹਾਨੂੰ ਉਹ ਹੁਣ ਬਿਲਕੁਲ ਨੇੜੇ ਨਹੀਂ ਆਉਣ ਦੇਣਗੇ। ਜਿਸ ਤਰੀਕੇ ਦੇ ਨਾਲ ਤੁਸੀਂ ਹੁਣ ਕ੍ਰੈਡੀਬਿਲਿਟੀ ਦੀ ਗੇਮ ਖੇਡ ਰਹੇ ਹੋ, ਉਹਦੇ ਵਿੱਚ ਤੁਸੀਂ ਕਾਮਯਾਬ ਨਹੀਂ ਹੋ ਰਹੇ, ਹੋਣਾ ਵੀ ਨਹੀਂ ਹੈ। ਸੋ ਇਸ ਕਰਕੇ ਲੋਕ ਤਾਂ ਲੋਕ ਹੀ ਹੁੰਦੇ, ਪਬਲਿਕ ਤਾਂ ਪਬਲਿਕ ਹੀ ਹੁੰਦੀ ਹੈ, पब्लिक ये पब्लिक है ये सब जानती है। ਜਾਣਦੀ ਹੈ। ਤੇ ਮੇਰੇ ਕੋਲ ਹੁਣ ਆਪਾਂ ਨੂੰ इजाजत लेनी चाहिए। ਤੇ चलो फिर मिलांगे ਮਿਲਦੇ ਆਪਾਂ ਇੱਕ ਹੋਰ ਨਵੇਂ ਨਵੇਂ ਵਿਸ਼ੇ ਮੁੱਦੇ ਦੇ ਨਾਲ, ਜਿਹੜਾ ਆਪਣਾ ਚੱਲ ਰਿਹਾ ਹੈ, ਮੋਦੀ ਵਾਲਾ, ਜੀ ਮੋਦੀ ਦਾ ਅਕਸ, ਉਹ ਫਿਰ ਲੈ ਕੇ ਹਾਜ਼ਰ ਹੋਵਾਂਗੇ ਬਿਲਕੁਲ ਥੋੜੀ ਜੀ, ਦੇਰ ਬਹੁਤ ਬਾਅਦ। ਜ਼ਰੂਰੀ ਹੈ ਤੇ ਜੀ। ਇਹ ਕਰੰਟ ਵਿਸ਼ਾ ਬਹੁਤ ਜ਼ਰੂਰੀ ਸੀਗਾ। ਸੋ ਦਰਸ਼ਕੋ ਇਜਾਜ਼ਤ ਦਿਓ, ਫਿਰ ਮਿਲਦੇ ਹਾਂ। ਸਤਿ ਸ਼੍ਰੀ ਅਕਾਲ ਜੀ।